ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੁ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਧਰੁ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਿਮਸਾ ਪ੍ਰਸੰਗ ਰਿਸ ਢੰਗ ਕੋ, ਪ੍ਰਿਥੀਏ ਕੀਓ ਨਿਸੰਗ। ਰੰਗ ਰੰਗ ਕੀ ਕਥਾ ਅਬ, ਗੁਰ ਕੀ ਸੁਨ ਹਿਤ ਸੰਗ। ਇਮ ਪ੍ਰਸੰਗ ਰਿਸ ਢੰਗ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਨਿਤਾ ਪ੍ਰਤੀ ਹਰ ਰੋਜ਼ ਆਪਾਂ ਸਰਵਣ ਕਰਦੇ ਹਾਂ। ਘਰਾਂ ਵਿੱਚ ਵੀ ਸੰਗਤਾਂ PTC ਸਿਮਰਨ ਦੇ ਮਾਧਿਅਮ ਰਾਹੀਂ ਗੁਰੂ ਚਰਨਾਂ ਵਿੱਚ ਸੁਰਤ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਦੀਆਂ ਹਨ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦੇ ਦਰਸ਼ਨ ਕਰਨ ਵਾਸਤੇ, ਨਤਮਸਤਕ ਹੋਣ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਨੇ। ਕੀਮਤੀ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਨੇ। ਜੋ ਵੀ ਮਨ ਦੀ ਭਾਵਨਾ ਲੈ ਕੇ ਗੁਰੂ ਚਰਨਾਂ ਵਿੱਚ ਸੰਗਤ ਆਉਂਦੀ ਹੈ, ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ ਸੱਚੇ ਮਨੋਂ ਉਹ ਜਿਹੜੀਆਂ ਭਾਵਨਾ ਹਨ, ਮਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁਤ ਦੇ, ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੈ, ਸਤਿਗੁਰੂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਪਰ ਦੂਜੇ ਪਾਸੇ ਬਾਬਾ ਪ੍ਰਿਥੀ ਚੰਦ, ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਬਿਲਕੁਲ ਬੇਫਜ਼ੂਲ ਈਰਖਾ ਕਰਦੇ ਸਨ, ਪਹਿਲਾਂ ਬੜੇ ਯਤਨ ਕੀਤੇ ਸਤਿਗੁਰੂ ਜੀ ਦੇ ਬਾਲ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਾਉਣ ਦੇ। ਜਦ ਨਾ ਕੋਈ ਯਤਨ ਸਿੱਧ ਹੋਇਆ, ਸਫਲ ਹੋਇਆ, ਤੇ ਫਿਰ
ਸੋਲੀ ਖਾਂ ਨੂੰ ਵਿੱਚ ਪਾ ਕੇ ਦਿੱਲੀ ਪਹੁੰਚੇ ਨੇ। ਖਿਆਲ ਇਹ ਸੀ ਕਿ ਬਾਦਸ਼ਾਹ ਜਹਾਂਗੀਰ ਜਦੋਂ ਸੋਲੀ ਖਾਂ ਵੱਲੋਂ ਮੇਰੀ ਸਿਫਾਰਿਸ਼ ਸੁਣੇਗਾ ਤੇ ਮੇਰੇ ਸਾਰੇ ਕਾਰਜ ਰਾਸ ਆ ਜਾਣਗੇ। ਅਕਾਲ ਪੁਰਖ ਵਾਹਿਗੁਰੂ ਦਾ ਦਰ ਛੱਡ ਕੇ ਬੰਦਾ ਬੰਦੇ ਤੇ ਆਸ ਰੱਖਦਾ ਹੈ, ਪਰ ਮਨੁੱਖ ਉਸ ਨੂੰ ਦੇ ਕੀ ਸਕਦਾ ਹੈ, ਕਿਉਂਕਿ ਦੇਣ ਵਾਲਾ ਤੇ ਇੱਕ ਪਰਮਾਤਮਾ ਹੀ ਦਾਤਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗੰਤ ਭਰੇ ਭੰਡਾਰ। ਜਦੋਂ ਸੋਲੀ ਖਾਂ ਨੂੰ ਵਿੱਚ ਪਾ ਕੇ ਬਾਦਸ਼ਾਹ ਦੇ ਕੋਲ ਗਏ, ਗੱਲ ਨਾ ਬਣੀ ਤੇ ਸੋਲੀ ਖਾਂ ਨੇ ਬਾਬੇ ਪ੍ਰਿਥੀ ਚੰਦ ਨੂੰ ਕਿਹਾ ਕਿ ਬਾਦਸ਼ਾਹ ਅਤੇ ਸਾਰੀ ਸਭਾ ਮੈਨੂੰ ਤੇਰਾ ਪੱਖੀ ਜਾਣਦੇ ਨੇ, ਇਸ ਕਰਕੇ ਸਾਡੀ ਗੱਲ ਸੁਣਦੇ ਨਹੀਂ। ਤੂੰ ਦੋ ਉਮਰਾਵ ਜਿਹੜੇ ਮੈਂ ਤੈਨੂੰ ਦੱਸਦਾ, ਅਬਦੁਲ ਖਾਂ ਤੇ ਮੁਹੰਮਦ ਖਾਂ, ਇਹਨਾਂ ਦੋਨਾਂ ਨੂੰ ਰਿਸ਼ਵਤ ਦੇ ਤੇ ਆਪਣੇ ਨਾਲ ਲੈ ਜਾ। ਤੇਰੀ ਸਿਫਾਰਿਸ਼ ਬਾਦਸ਼ਾਹ ਦੇ ਕੋਲ ਕਰਨਗੇ ਤੇ ਹੋ ਸਕਦਾ ਤੇਰੀ ਗੱਲ ਬਣ ਜਾਵੇ। ਬਾਬੇ ਪ੍ਰਿਥੀ ਚੰਦ ਨੇ ਸੋਲੀ ਖਾਂ ਦੀ ਗੱਲ ਮੰਨ ਕੇ ਇਸੇ ਤਰ੍ਹਾਂ ਕੀਤਾ। ਮੁਹੰਮਦ ਖਾਂ ਤੇ ਦੂਸਰਾ ਜਿਹੜਾ ਉਮਰਾਵ ਸੀ ਉਹਨੂੰ ਵਿੱਚ ਪਾਇਆ। 300 ਮੋਹਰਾਂ ਜਿਹੜੀਆਂ ਸੀ ਉਹ ਰਿਸ਼ਵਤ ਵਜੋਂ ਦਿੱਤੀਆਂ ਨੇ। ਪਰ ਅੱਗੋਂ ਉਹਨਾਂ ਨੇ ਗੱਲ ਦੱਸ ਦਿੱਤੀ, ਕਹਿਣ ਲੱਗੇ ਗੁਰਤਾ ਗੱਦੀ ਦਿੱਤੀ ਹੈ ਗੁਰੂ ਰਾਮਦਾਸ ਜੀ ਨੇ, ਉਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ। ਹਾਂ, ਜੇ ਤੂੰ ਨਗਰ ਲੈਣਾ ਚਾਹੁੰਦਾ ਹੈ ਤੇਰੀ ਸਿਫਾਰਿਸ਼ ਕਰ ਦੇਵਾਂਗੇ ਤੇ ਇੱਕ ਪਿੰਡ ਤੈਨੂੰ ਬਾਦਸ਼ਾਹ ਤੋਂ ਜ਼ਰੂਰ ਦਵਾ ਦੇਵਾਂਗੇ। ਇਹ ਗੱਲ ਸੁਣ ਕੇ ਬਾਬੇ ਪ੍ਰਿਥੀ ਚੰਦ ਦੇ ਮਨ ਉਦਾਸ ਹੋਇਆ, ਪਰ ਚਲੋ ਕੁਝ ਧੀਰਜ ਬਣਿਆ, ਹੌਸਲਾ ਮਿਲਿਆ ਕਿ ਮੈਂ ਇੱਥੇ ਆਇਆ ਖਾਲੀ ਤੇ ਨਾ ਜਾਵਾਂਗਾ। ਉਹਨਾਂ ਦੋਨਾਂ ਉਮਰਾਵਾਂ ਨੂੰ ਨਾਲ ਲੈ ਕੇ ਬਾਦਸ਼ਾਹ ਦੇ ਕੋਲ ਗਏ। ਸੋਲੀ ਖਾਂ ਵੀ ਆਇਆ। ਇਹਦੀ ਸਿਫਾਰਿਸ਼ ਉਹਨਾਂ ਨੇ ਚੰਗੀ ਕੀਤੀ ਹੈ, ਪਰ ਅਖੀਰ ਇਹ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੇ ਆਪ ਦਿੱਤੀ ਹੈ। ਸਾਰੀ ਸਭਾ ਜਾਣਦੀ ਹੈ, ਸਾਰੇ ਮਨੁੱਖ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਸਾਰਿਆਂ ਤੋਂ ਉੱਚਾ ਹੈ। ਇਹ ਦੁਨਿਆਵੀ ਬਾਦਸ਼ਾਹਾਂ ਵਾਂਗੂ ਨਹੀਂ ਕਿ ਜਿਹਨੇ ਚਾਹਿਆ ਤੇ ਗੱਦੀ ਤੇ ਬਿਠਾ ਦਿੱਤਾ। ਦਾਤ ਜੋਤ ਖਸਮੈ ਵਡਿਆਈ, ਧੁਰ ਦਰਗਾਹ ਤੋਂ ਜਿਹੜੀ ਡਿਊਟੀ ਜਿਸ ਸਰੂਪ ਦੀ ਲੱਗੀ ਸੀ ਉਹ ਪੂਰੀ ਕਰਨੀ ਹੈ। ਇਸ ਲਈ ਅਕਾਲ ਪੁਰਖ ਰੱਬੀ ਹੁਕਮ ਸੀ, ਰੱਬੀ ਜੋਤ ਸੀ, ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ। ਤੇ ਅਖੀਰ ਅਮਰਾਵਾਂ ਨੇ ਕਹਿ ਕੇ ਬਾਬੇ ਪ੍ਰਿਥੀ ਚੰਦ ਨੂੰ ਇੱਕ ਜਹਾਂਗੀਰ ਕੋਲੋਂ ਨਗਰ ਦਵਾਇਆ, ਜਿਸ ਦਾ ਨਾਮ ਕੋਠਾ ਨਗਰ ਹੈ। ਇਹ ਮਾਲਵੇ ਦੇ ਵਿੱਚ ਪੈਂਦਾ ਹੈ। ਇਹਦਾ ਪਟਾ ਜਿਹੜਾ ਸੀ ਬਾਦਸ਼ਾਹ ਜਹਾਂਗੀਰ ਨੇ ਲਿਖ ਦਿੱਤਾ। ਨਗਰ ਲੈ ਕੇ ਬਾਬਾ ਪ੍ਰਿਥੀ ਚੰਦ ਪ੍ਰਸੰਨ ਹੋਏ, ਪਰ ਜਿਹੜੀ ਪ੍ਰਸੰਨਤਾ ਲੈਣ, ਜਿਹੜੀ ਖੁਸ਼ੀ ਲੈਣ ਆਏ ਸੀ, ਉਹ ਗੱਲ ਬਣੀ ਨਹੀਂ। ਸੰਗਤ ਜੀ, ਇਹ ਜਿੰਨੇ ਦਿਨ ਆਪਾਂ ਪ੍ਰਸੰਗ ਸਰਵਣ ਕੀਤੇ ਨੇ ਨਾ, ਗੁਰੂ ਅਰਜਨ ਦੇਵ ਸਾਹਿਬ ਤਾਂ ਆਪ ਪਰਮੇਸ਼ਰ ਨੇ, ਅਕਾਲ ਪੁਰਖ ਨੇ। ਹਰੇਕ ਨੂੰ ਮਹਾਰਾਜ ਉਪਦੇਸ਼ ਦੇ ਕੇ ਚੰਗੀ ਮੱਤ ਸੁਮੱਤ ਦੇ ਸਕਦੇ ਨੇ। ਮੱਤ ਸੁਮੱਤ ਤੇਰੇ ਵਸ ਸੁਆਮੀ, ਪਰ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਲੀਲਾ ਹੈ। ਇੰਜ ਕਹਿ ਲਓ ਕਿ ਦੋਵੇਂ ਬਿਰਤੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਸਾਡੇ ਸਮਕਸ਼ ਰੱਖੀਆਂ ਨੇ। ਇੱਕ ਚੰਗਿਆਈ ਹੈ, ਇੱਕ ਬੁਰਿਆਈ ਹੈ, ਇੱਕ ਨੇਕੀ ਹੈ, ਇੱਕ ਬਦੀ ਹੈ। ਜਿਹੜੀ ਬਦੀ ਹੈ, ਹੋ ਸਕਦਾ ਥੋੜ੍ਹੇ ਸਮੇਂ ਬੁਰਿਆਈ ਸਾਰਿਆਂ ਨੂੰ ਚੰਗੀ ਲੱਗੇ, ਪਰ ਬਾਅਦ ਵਿੱਚ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੀ ਬਦੀ ਹੁੰਦੀ ਹੈ, ਬੁਰਿਆਈ ਹੁੰਦੀ ਹੈ, ਉਹ ਕੁਝ ਵੀ ਹਾਸਲ ਨਹੀਂ ਕਰ ਸਕਦੀ। ਅਖੀਰ ਸੋਹਣਾ ਚੰਗਾ ਭਲਾ ਅੰਮ੍ਰਿਤਸਰ ਨਗਰ ਦੇ ਵਿੱਚ ਬਾਬੇ ਪ੍ਰਿਥੀ ਚੰਦ ਦਾ ਵੀ ਮਾਨ ਸਨਮਾਨ ਬਣਿਆ ਸੀ, ਪਰ ਇਹਨਾਂ ਨੂੰ ਚੰਗਾ ਨਾ ਲੱਗਾ। ਬਾਦਸ਼ਾਹ ਦੇ ਕੋਲ ਪੁਕਾਰੂ ਬਣ ਕੇ ਗਏ ਨੇ। ਅਖੀਰ ਮਿਲਿਆ ਕਿ ਸੋਲੀ ਖਾਂ ਪਾਸੋਂ ਇੱਕ ਨਗਰ ਮਿਲਿਆ, ਹੇਹਰ ਪਿੰਡ, ਤੇ ਬਾਦਸ਼ਾਹ ਦੇ ਕੋਲ ਜਾ ਕੇ ਇੱਕ ਨਗਰ ਮਿਲਿਆ ਤੇ ਉਹ ਹੈ ਕੋਠਾ ਪਿੰਡ ਮਾਲਵੇ ਦੇ ਵਿੱਚ। ਤੇ ਇਹ ਪਿੰਡ ਲੈ ਕੇ ਵਾਪਸ ਆ ਗਏ ਹਨ। ਇੱਥੇ ਆ ਕੇ ਬਾਬੇ ਪ੍ਰਿਥੀ ਚੰਦ ਨੇ ਆਪਣੇ ਘਰ ਬਣਾਏ ਨੇ ਤੇ ਕੁਝ ਜਿਹੜੀਆਂ ਸੰਗਤਾਂ ਸਨ ਇਹਨਾਂ ਪਾਸ ਚੱਲ ਕੇ ਆਉਂਦੀਆਂ, ਕੁਝ ਕੁ ਭੇਟਾਵਾਂ ਇਹਨਾਂ ਦੇ ਅੱਗੇ ਰੱਖਦੀਆਂ ਸੀ, ਪਰ ਉਹ ਖੇਡ ਨਹੀਂ ਸੀ ਬਣਦੀ ਜਿਹੜੀ ਇਹ ਬਣਾਉਣੀ ਚਾਹੁੰਦੇ ਸਨ। ਕਿਉਂਕਿ ਗੁਰੂ ਕੀਆਂ ਸੰਗਤਾਂ ਗੁਰੂ ਕੀ ਜੋਤ ਦਾ ਅਦਬ ਤੇ ਸਨਮਾਨ ਰੱਖਦੀਆਂ ਨੇ। ਅੰਮ੍ਰਿਤਸਰ ਦੇ ਵਿੱਚ ਰੌਣਕਾਂ ਲੱਗੀਆਂ, ਅੱਜ ਵੀ ਉਸੇ ਤਰ੍ਹਾਂ ਲੱਗੀਆਂ ਨੇ। ਭਾਵੇਂ ਉਦੋਂ ਦੀਆਂ ਹਕੂਮਤਾਂ ਨੇ ਬੜੇ ਯਤਨ ਕੀਤੇ, ਅੱਜ ਵੀ ਇਸੇ ਤਰ੍ਹਾਂ ਯਤਨ ਹੋ ਰਹੇ ਨੇ, ਪਰ ਜਿਹੜੀਆਂ ਗੁਰੂ ਕੀ ਪਿਆਰ ਵਾਲੀਆਂ ਸੰਗਤਾਂ, ਗੁਰੂ ਰਾਮਦਾਸ ਜੀ ਦੇ ਦਰ 'ਤੇ ਭਾਵਨਾ ਰੱਖਣ ਵਾਲੀਆਂ, ਹਰ ਰੋਜ਼ ਸਿੱਖ
ਦਰਸ਼ਨ ਇਸ਼ਨਾਨ ਦੀ ਮੰਗ ਕਰਦਾ ਹੈ। ਜਦੋਂ ਵੀ ਸਮਾਂ ਬਣੇ ਤੇ ਉਹ ਇਹਨਾਂ ਹਕੂਮਤਾਂ ਦੇ ਲਾਏ ਹੋਏ ਪਹਿਰਿਆਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਝੱਖੜ ਝਾਗੀ ਮੀਂਹੋ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਖ ਲੰਘ ਗੁਰ ਪੈ ਜਾਏ। ਇਸ ਲਈ ਬੇਅੰਤ ਸੰਗਤਾਂ ਅੱਜ ਵੀ ਉਸੇ ਤਰ੍ਹਾਂ ਨਤਮਸਤਕ ਹੋ ਰਹੀਆਂ ਨੇ। ਇਹ ਆਪਾਂ ਪ੍ਰਸੰਗ ਪਿੱਛੇ ਸਰਵਣ ਕੀਤੇ ਨੇ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਸਤਿਗੁਰਾਂ ਦੇ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦਾ ਜੋ ਜਸ ਹੈ ਇਹ ਅੰਮ੍ਰਿਤ ਦੀ ਤਰ੍ਹਾਂ ਹੈ ਤੇ ਹਰੇਕ ਗੁਰੂ ਕਾ ਪਿਆਰ ਵਾਲਾ ਸਿੱਖ ਆਪਣੇ ਕੰਨਾਂ ਨੂੰ ਡੂਨੇ ਬਣਾਉਂਦਾ ਹੈ ਕਿ ਮੈਂ ਗੁਰੂ ਦੇ ਜਸ ਰੂਪ ਅੰਮ੍ਰਿਤ ਨੂੰ ਪੀ ਸਕਾਂ। ਇਹ ਉਹ ਅੰਮ੍ਰਿਤ ਹੈ ਜਿਹੜਾ ਮ੍ਰਿਤਿਓ ਤੋਂ ਰਹਿਤ ਪਦਵੀ ਸਾਨੂੰ ਦੇਣ ਵਾਲਾ ਹੈ। ਬੜੀਆਂ ਜਿਹੜੀਆਂ ਹਕੂਮਤਾਂ ਸਰਕਾਰਾਂ ਹੋ ਗੁਜ਼ਰੀਆਂ, ਬੜੇ ਯਤਨ ਕੀਤੇ, ਸਿੱਖਾਂ ਨੂੰ ਨਾ ਖਤਮ ਕਰ ਸਕੇ ਤੇ ਇਹਨਾਂ ਦਾ ਇਤਿਹਾਸ ਸੀ ਉਹਨੂੰ ਬਦਲਣ ਦਾ ਯਤਨ ਕੀਤਾ, ਇਤਿਹਾਸ ਖਤਮ ਕਰਨ ਦਾ ਯਤਨ ਕੀਤਾ, ਪਰ ਫਿਰ ਵੀ ਸੀਨੇ ਬਸੀਨੇ ਗੁਰਸਿੱਖਾਂ ਨੇ ਕਮਾਈ ਦੇ ਨਾਲ ਇਹ ਇਤਿਹਾਸ ਸੰਗਤਾਂ ਦੇ ਸਮਕਸ਼ ਰੱਖਿਆ ਹੈ। ਸੰਗਤ ਜੀ, ਬਾਹਰਮੁਖੀ ਗ੍ਰੰਥ ਜਿਹੜੇ ਨੇ ਉਹ ਦੂਰ ਕੀਤੇ ਜਾ ਸਕਦੇ ਨੇ, ਪਰ ਜਿਹੜੀਆਂ ਗੁਰਸਿੱਖਾਂ ਦੀਆਂ ਕਮਾਈਆਂ ਨੇ, ਜਿਨ੍ਹਾਂ ਦੇ ਪ੍ਰਥਾਏ ਗੁਰੂ ਸਾਹਿਬ ਨੇ ਬਚਨ ਕਹੇ ਨੇ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ, ਜਾਂ ਹਰ ਹਰ ਜਨ ਦੁਈ ਏਕ ਹੈ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੀਰਮਲ ਨੇ ਇਹ ਕਿਹਾ ਸੀ ਕਿ ਜੇ ਸਮਰੱਥ ਗੁਰੂ ਨੇ ਤੇ ਫਿਰ ਕੰਠੋਂ ਬਾਣੀ ਕਿਉਂ ਨਹੀਂ ਉਚਾਰ ਲੈਂਦੇ। ਇਸੇ ਤਰ੍ਹਾਂ ਸੰਗਤ ਜੀ, ਜਿਹੜੇ ਗੁਰੂ ਕੇ ਪਿਆਰ ਵਾਲੇ ਆਤਮਦਰਸ਼ੀ ਸਿੱਖ ਹਨ, ਉਹਨਾਂ ਦੇ ਅੱਗੇ ਵੀ ਸਾਰਾ ਕੁਝ ਉਸੇ ਤਰ੍ਹਾਂ ਸਾਹਮਣੇ ਆ ਜਾਂਦਾ ਹੈ ਜੋ ਜੋ ਇਤਿਹਾਸ ਵਾਪਰਿਆ ਹੁੰਦਾ, ਕਿਉਂਕਿ ਸਿੱਖ ਤ੍ਰਈ ਕਾਲ ਦਰਸ਼ੀ। ਐਸੀ ਕਮਾਈ ਵਾਲੇ ਗੁਰਸਿੱਖ ਸਾਡੇ ਅਤੀ ਸਨਮਾਨਯੋਗ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸਾਰੀ ਉਮਰ ਹੀ ਗੁਰੂ ਘਰ ਨੂੰ ਸਮਰਪਿਤ ਕੀਤੀ, ਸਾਰੀ ਉਮਰ ਦੀ ਘਾਲਣਾ ਹੈ। ਸੰਗਤ ਜੀ, ਕਈ ਵਾਰ ਤਾਂ ਕਵੀ ਜੀ ਦੀ ਰਚਨਾ, ਜਦੋਂ ਇੰਨੀ ਮਹਿੰਗੀ ਰਚਨਾ ਸਾਡੇ ਸਾਹਮਣੇ ਆਉਂਦੀ ਹੈ ਤੇ ਹੈਰਾਨ ਰਹਿ ਜਾਈਦਾ ਹੈ ਕਿ ਇੰਨੀ ਇਹਨਾਂ ਦੀ ਕਮਾਈ, ਕਿ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਬਣਾਉਣ ਵਾਸਤੇ ਸਾਡੇ 'ਤੇ ਨਾ ਤਰਸ ਕੀਤਾ, ਉਪਕਾਰ ਕੀਤਾ, ਗੁਰੂ ਸਾਹਿਬਾਨਾਂ ਦੀਆਂ ਕਥਾ ਕਹਾਣੀਆਂ ਸਾਡੇ ਸਮਕਸ਼ ਰੱਖੀਆਂ ਨੇ। ਸੰਗਤ ਜੀ, ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਆਪਾਂ ਵੱਧ ਤੋਂ ਵੱਧ ਭਾਵਨਾ ਬਣਾ ਕੇ, ਜਿੱਥੇ ਉਹਨਾਂ ਨੇ ਪੂਰੀ ਉਮਰ ਦੀ ਕਾਲਣਾ ਕਰਕੇ ਸਾਡੇ ਸਾਹਮਣੇ ਇਤਿਹਾਸ ਰੱਖਿਆ ਹੈ, ਅਸੀਂ ਘੱਟੋ ਘੱਟ ਇੰਨਾ ਹੀ ਯਤਨ ਕਰੀਏ ਕਿ ਕਥਾ ਪੜ੍ਹ ਸੁਣ ਲਿਆ ਕਰੀਏ। ਆਓ ਸਾਰੀ ਸੰਗਤ ਦਿਓ ਅਸੀਸ, ਸਾਰੇ ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਪ੍ਰਸੰਗ ਰਿਸ ਢੰਗ ਕੋ ਪਛੀਏ ਕੀਓ ਨਿਸੰਗ। ਪਿਛਲੇ ਜਿਹੜੇ ਪ੍ਰਸੰਗ ਆਪਾਂ ਸਰਵਣ ਕੀਤੇ ਨੇ, ਕਵੀ ਜੀ ਕਹਿੰਦੇ ਨੇ ਕਿ ਬਾਬੇ ਪ੍ਰਿਥੀ ਚੰਦ ਨੇ ਜਿਸ ਤਰ੍ਹਾਂ ਨਿਰਾਸ਼ ਹੋ ਕੇ ਤੇ ਗੁੱਸੇ ਦੇ ਵਿੱਚ ਆ ਕਰਕੇ ਬੜੇ ਕਦਮ ਚੁੱਕੇ, ਉਹ ਕਿਹੜੇ ਕਿਹੜੇ ਕਦਮ ਚੁੱਕੇ ਆਪਾਂ ਪਿੱਛੇ ਸਰਵਣ ਕੀਤਾ ਹੈ ਇਤਿਹਾਸ। ਉਹਨਾਂ ਨੇ ਨਿਸ਼ੰਕ ਹੋ ਕੇ ਇਹ ਕਰਮ ਕੀਤੇ ਹਨ। ਤੇ ਨਿਸ਼ੰਕ ਹੋਣ ਤੋਂ ਭਾਵ ਹੁੰਦਾ, ਕਈ ਵਾਰੀ ਬੰਦਾ ਕੋਈ ਕੰਮ ਕਰਦਾ ਹੈ ਪਰ ਉਹਦੇ ਮਨ ਵਿੱਚ ਸ਼ੰਕਾ ਆ ਜਾਂਦਾ ਹੈ, ਡਰ ਆ ਜਾਂਦਾ ਹੈ, ਪਰ ਜਦੋਂ ਪਹਿਲੀ ਵਾਰੀ, ਫਿਰ ਦੂਸਰੀ ਵਾਰੀ, ਤੀਜੀ ਵਾਰੀ, ਫਿਰ ਇੰਨਾ ਕੁ ਜ਼ਿਆਦਾ ਨਿਡਰ ਹੋ ਜਾਂਦਾ ਹੈ, ਬੇਖੌਫ ਹੋ ਜਾਂਦਾ ਹੈ, ਫਿਰ ਕਹਿੰਦਾ ਜੋ ਕੁਝ ਮੈਂ ਕਰ ਰਿਹਾ ਉਹ ਮੇਰੇ ਲਈ ਸਹੀ ਹੈ। ਪਾਪ ਬੁਰਾ ਪਾਪੀ ਕੋ ਪਿਆਰਾ। ਫਿਰ ਨਿਸ਼ੰਕ ਹੋ ਕੇ ਇਹ ਜਿਹੜੇ ਕਰਮ ਕਰਦਾ ਹੈ, ਜਿਹੜੇ ਬਾਬੇ ਪ੍ਰਿਥੀ ਚੰਦ ਜੀ ਨੇ ਕੀਤੇ ਹਨ, ਉਹ ਕਵੀ ਜੀ ਕਹਿੰਦੇ ਸੰਗਤ ਜੀ ਆਪ ਜੀ ਨੇ ਸਰਵਣ ਕੀਤੇ ਨੇ। ਰੰਗ ਰੰਗ ਕੀ ਕਥਾ ਅਬ ਗੁਰ ਕੀ ਸੁਣ ਹਿਤ ਸੰਗ। ਹੈ ਗੁਰੂ ਕਾ ਖਾਲਸਾ, ਗੁਰੂ ਕੀ ਸਿੱਖ ਸੰਗਤ ਹੁਣ ਹਿਤ ਸੰਗ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਦੀ ਰੰਗਾਂ ਰੰਗਾਂ ਦੀ ਕਥਾ, ਰੰਗਾਂ ਰੰਗਾਂ ਤੋਂ ਭਾਵ ਜਿਹੜੀ ਆਨੰਦ ਦੇਣ ਵਾਲੀ ਹੈ, ਜਿਹੜੀ ਸਾਡੇ ਮਨ ਨੂੰ ਬ੍ਰਹਮ ਗਿਆਨ ਦੇ ਵਿੱਚ ਰੰਗਣ ਵਾਲੀ ਹੈ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੈ ਦਾਗਾ। ਉਹ ਰੰਗ ਚੜਾਉਣ ਵਾਲੀ ਜਿਹੜੀ ਗੁਰੂ ਸਾਹਿਬ ਦੀ ਕਥਾ ਹੈ ਨਾ, ਸਾਧ ਸੰਗਤ ਜੀ ਸਰਵਣ ਕਰੋ। ਹਾਕਲ ਛੰਦ ਸ੍ਰੀ ਅਰਜਨ ਸ੍ਰੀ ਸਤਿਗੁਰ ਅਰਜਨ ਪਾਛੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ
ਬਾਬਾ ਪ੍ਰਿਥੀ ਚੰਦ ਇੱਥੋਂ ਜਾ ਚੁੱਕੇ ਨੇ। ਉਹਨਾਂ ਦੇ ਜਾਣ ਪਿੱਛੋਂ ਬਹੁ ਕਰੇ ਉਹ ਸ਼ਾਹ ਸੋ ਆਛੇ। ਬਹੁ ਕਰੇ ਉਹ ਸ਼ਾਹ ਸੋ ਆਛੇ। ਬਾਬੇ ਪ੍ਰਿਥੀ ਚੰਦ ਦੇ ਮਨ 'ਚ ਇਹ ਖਿਆਲ ਸੀ, ਮੈਂ ਅੰਮ੍ਰਿਤਸਰ ਨਗਰ ਛੱਡ ਕੇ ਬਾਦਸ਼ਾਹ ਦੇ ਕੋਲ ਜਾਵਾਂਗਾ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਭਰਾ ਨੂੰ ਬੁਲਾਉਣ ਵਾਸਤੇ ਸੁਨੇਹਾ ਵੀ ਭੇਜਿਆ ਸੀ ਲਾਹੌਰ, ਜਦੋਂ ਹੇਹਰ ਪਿੰਡ ਸਨ। ਅਤੇ ਪ੍ਰਿਥੀ ਚੰਦ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਮੈਂ ਹੁਣ ਨਗਰ ਛੱਡ ਕੇ ਬਾਦਸ਼ਾਹ ਦੇ ਕੋਲ ਚੱਲਿਆ ਅਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਡਰ ਲੱਗਦਾ ਕਿਤੇ ਬਾਦਸ਼ਾਹ ਦੇ ਕੋਲ ਮੇਰੀ ਸ਼ਿਕਾਇਤ ਨਾ ਕਰ ਦੇਣ, ਮੇਰੀ ਮਹਿਮਾ ਨਾ ਘਟ ਜਾਏ। ਇਹ ਮਨ ਵਿੱਚ ਖਿਆਲ ਸੀ ਅਤੇ ਇਹਨੇ ਸੋਚਿਆ ਸੀ ਕਿ ਮੈਂ ਉੱਥੇ ਜਾਵਾਂਗਾ ਅਤੇ ਗੁਰੂ ਅਰਜਨ ਦੇਵ ਸਾਹਿਬ ਬਹੁਤ ਦੁਖੀ ਹੋਣਗੇ। ਪਰ ਗੁਰੂ ਸੰਗਤ ਜੀ, ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ 'ਤੇ ਭਰੋਸਾ ਹੋਵੇ ਨਾ, ਉਹ ਹਰ ਸਮੇਂ ਹਰ ਸਿਚੁਏਸ਼ਨ ਦੇ ਵਿੱਚ ਉਹ ਸਦਾ ਹੀ ਆਪਣੀ ਸੁਰਤ ਨੂੰ ਬ੍ਰਹਮ ਦੇ ਵਿੱਚ ਜੋੜ ਕਰਕੇ ਆਨੰਦਮਈ ਜੀਵਨ ਬਤੀਤ ਕਰਦੇ ਨੇ। ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਜਿਹੜੇ ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਦੇਖ ਰਹੇ ਹੋਣ ਅਤੇ ਉਹ ਇਉਂ ਮਹਿਸੂਸ ਕਰਦੇ ਨੇ ਕਿ ਸਦਾ ਹੀ ਸਾਡੀ ਜਿੱਤ ਹੈ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਓਟ ਆਸਰਾ ਲੈਣ ਵਾਲੇ ਕਿਸੇ ਨੂੰ ਵੀ ਦੇਖਦੇ ਨੇ ਜਿੱਤਿਆ ਹੋਇਆ, ਅਤੇ ਉਹ ਇਹ ਜਾਣਦੇ ਨੇ ਕਿ ਪ੍ਰਮਾਤਮਾ ਇਹਦੇ ਵਿੱਚ ਵੀ ਤੂੰ ਆਪ ਵਰਤੇ ਹੈ, ਤਾਈਓ ਤਾਂ ਇਹਨੂੰ ਜਿੱਤ ਮਿਲੀ ਹੈ, ਤਾਈਓ ਤਾਂ ਇਹਨੂੰ ਤਰੱਕੀ ਮਿਲੀ ਹੈ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਦਾ ਆਨੰਦ ਵਿੱਚ ਸਮਾਂ ਬਤੀਤ ਕਰ ਰਹੇ ਨੇ। ਸੋਤ ਜਨਮ ਨਵੋ ਜਨ ਹੋਵਾ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਮਨ ਨੂੰ ਨਵਾਂ ਹੀ ਜਨਮ ਹੋਇਆ। ਬਾਬੇ ਪ੍ਰਿਥੀ ਚੰਦ ਨੇ ਸਤਿਗੁਰਾਂ ਨੂੰ ਖਤਮ ਕਰਾਉਣ ਦੇ ਯਤਨ ਕੀਤੇ। ਫਿਰ ਸਰੀਰ ਦੇ ਉੱਤੇ ਸੀਤਲਾ ਦਾ ਰੋਗ ਉਤਪੰਨ ਹੋਣਾ ਅਤੇ ਦੇਖ ਕਰਕੇ ਪ੍ਰਿਥੀ ਚੰਦ ਖੁਸ਼ ਹੁੰਦਾ ਸੀ ਕਿ ਇਹਨਾਂ ਨੇ ਚੜ੍ਹਾਈ ਕਰ ਜਾਣਾ, ਫਿਰ ਇਹ ਗੁਰਤਾ ਗੱਦੀ ਸਾਡੇ ਘਰੇ ਆਵੇਗੀ। ਪਰ ਰੋਗ ਵੀ ਜਿਹੜਾ ਸੀ ਉਹ ਦੂਰ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਸ਼ੁਕਰਾਨੇ ਦੀਆਂ, ਅਤੇ ਮਾਨੋ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਨਵਾਂ ਜਨਮ ਹੋਇਆ ਹੋਵੇ। ਦੁੱਖ ਬਿਗਨ ਬ੍ਰਿੰਦ ਕੋ ਖੋਵਾ। ਬਹੁਤੇ ਹੀ ਦੁੱਖ ਸਰੀਰ ਦੇ ਉੱਤੇ ਆਏ, ਬੜੇ ਵਿਘਨ ਪਏ, ਪਰ ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਦੂਰ ਹੋ ਗਏ। ਸੰਗਤ ਜੀ, ਇਹ ਤਾਂ ਸਤਿਗੁਰੂ ਆਪ ਪਰਮੇਸ਼ਰ ਨੇ, ਪਰ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ। ਇਹ ਇਤਿਹਾਸ ਆਪਾਂ ਤਾਂ ਵਾਚਦੇ ਹਾਂ, ਸੁਣਦੇ ਹਾਂ ਕਿ ਗੁਰੂ ਸਾਹਿਬਾਨਾਂ ਦੇ ਸਰੀਰਾਂ ਦੇ ਉੱਤੇ ਵੀ ਇਸ ਤਰ੍ਹਾਂ ਦੁੱਖ ਆ ਜਾਣੇ, ਪਰ ਉਹ ਦੁੱਖ ਦੀ ਘੜੀ ਦੇ ਵਿੱਚ ਵੀ ਆਪਣੀ ਸੁਰਤ ਨੂੰ ਡੋਲਣ ਨਾ ਦੇਣਾ, ਪਾਰ ਬ੍ਰਹਮ ਪਰਮੇਸ਼ਰ ਦੀ ਆਸ ਤੱਕਣੀ। ਇਹ ਸਤਿਗੁਰੂ ਜੀ ਨੇ ਸਾਨੂੰ ਪੂਰਨੇ ਪਾਏ ਸਿੱਖਿਆਵਾਂ ਦਿੱਤੀਆਂ ਨੇ। ਸਰੀਰ ਦੇ ਉੱਤੇ ਦੁੱਖ ਆ ਜਾਣੇ ਇਹ ਵੱਡੀ ਗੱਲ ਨਹੀਂ, ਕਿਉਂਕਿ ਦੁੱਖ ਸੁੱਖ ਇਹ ਜਿਹੜੇ ਨੇ ਦੋਵੇਂ ਕੱਪੜੇ ਦੀ ਤਰ੍ਹਾਂ ਹਨ। ਜਿਸ ਤਰ੍ਹਾਂ ਆਪਾਂ ਹਰ ਰੋਜ਼ ਕੱਪੜੇ ਬਦਲਦੇ ਹਾਂ, ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਕਰਮਾਂ ਅਨੁਸਾਰ ਦੁੱਖ ਸੁੱਖ ਆਉਂਦੇ ਨੇ। ਪਰ ਜਿਹੜੇ ਬ੍ਰਹਮ ਦੇ ਵਿੱਚ ਸੁਰਤ ਨੂੰ ਇੱਕਮਿਕ ਕਰਕੇ ਰੱਖਦੇ ਨੇ, ਬਾਣੀ ਦਾ ਓਟ ਆਸਰਾ ਤੱਕਦੇ ਨੇ, ਉਹ ਸੁਰਤ ਕਰਕੇ ਇੰਨੇ ਬਲਵਾਨ ਹੋ ਜਾਂਦੇ ਨੇ ਕਿ ਸਰੀਰ 'ਤੇ ਆਇਆ ਦੁੱਖ ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ। ਇਸ ਤਰ੍ਹਾਂ ਸਰੀਰ 'ਤੇ ਅਨੇਕਾਂ ਦੁੱਖ ਆਏ, ਬੜੇ ਜ਼ਿਆਦਾ ਵਿਘਨ ਵੀ ਖੜੇ ਕੀਤੇ। ਦਾਈ ਨੂੰ ਜ਼ਹਿਰ ਦੇ ਕੇ ਭੇਜਣਾ, ਸਪੇਰੇ ਹੱਥ ਸੱਪ ਛਡਾਉਣਾ, ਬ੍ਰਾਹਮਣ ਖਿਡਾਵੇ ਹੱਥ ਜ਼ਹਿਰ ਦੇ ਕੇ ਭੇਜਣਾ, ਇਸ ਤਰ੍ਹਾਂ ਦੇ ਅਨੇਕਾਂ ਹੀ ਵਿਘਨ ਜਿਹੜੇ ਨੇ ਆਏ, ਸਰੀਰ 'ਤੇ ਕਈ ਦੁੱਖ ਆਏ। ਬਹੁ ਦਾਨ ਦੀਨ ਕਰ ਪ੍ਰੇਮਾ। ਪਰ ਇੰਜ ਮਾਨੋ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਨਵਾਂ ਜਨਮ ਹੋਇਆ ਹੋਵੇ। ਇਉਂ ਬਹੁ ਦਾਨ ਦੀਨ ਕਰ ਪ੍ਰੇਮਾ। ਪ੍ਰੇਮ ਦੇ ਵਿੱਚ ਆ ਕਰਕੇ ਲੋੜਵੰਦਾਂ ਦੇ ਤਾਈਂ ਬਹੁਤੀਆਂ ਵਸਤੂਆਂ ਦਾ ਦਾਨ ਸਤਿਗੁਰੂ ਆਪ ਕਰਦੇ ਨੇ। ਅਬਿਲਾਖ ਪੁੱਤਰ ਕੀ ਛੇਮਾ। ਅਬਲਾਖ ਪੁੱਤਰ ਕੀ ਛੇਮਾ, ਤੇ ਸਦਾ ਆਪਣੇ ਪੁੱਤਰ ਦੀ ਕਲਿਆਣ ਹੀ ਮੰਗਦੇ ਨੇ। ਸੰਗਤ ਜੀ, ਇਹ ਵੀ ਧਰਮ ਦਾ ਇੱਕ ਅੰਗ ਹੈ ਦਾਨ ਕਰਨਾ, ਤੇ ਗੁਰਸਿੱਖ ਨੂੰ ਹੁਕਮ ਵੀ ਕੀਤਾ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੈ ਸੀ। ਇਹ ਗੁਰਸਿੱਖ ਆਪਣੀ ਕਿਰਤ ਕਮਾਈਆਂ ਨੂੰ ਸਫਲਾ ਕਰਨ ਵਾਸਤੇ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪ ਮਹਾਰਾਜ ਵੱਡੇ ਦਾਨੀ ਨੇ। ਅਕਾਲ ਪੁਰਖ ਵਾਹਿਗੁਰੂ ਕਿੰਨਾ ਵੱਡਾ ਦਾਤਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ। ਜਿਹੜੇ ਤਾਂ ਉਹਨੂੰ ਧਿਆਉਂਦੇ ਨੇ ਉਹਨਾਂ ਨੂੰ ਤਾਂ ਉਹ ਦਾਤਾਂ ਦੇ ਰਿਹਾ ਹੈ, ਜਿਹੜੇ ਨਹੀਂ ਵੀ ਧਿਆਉਂਦੇ, ਜਿਹੜੇ ਕਹਿੰਦੇ ਨੇ ਅਸੀਂ ਮੰਨਦੇ ਨਹੀਂ ਕਿ ਰੱਬ ਹੈ, ਉਹਨਾਂ ਨੂੰ ਵੀ ਉਹ ਦਾਤ ਦੇ ਰਿਹਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਅਕਾਲ ਪੁਰਖ ਦਾ ਸਰੂਪ ਗੁਰੂ ਸਾਹਿਬ ਆਪ ਨੇ। ਇੰਨੇ ਵੱਡੇ ਦਾਨੀ ਕਿ ਮਹਾਰਾਜ ਦੀ ਸ਼ਰਨ ਦੇ ਵਿੱਚ ਜੇ ਕੋਈ ਆ ਕੇ ਗਰੀਬ ਝੋਲੀ ਅੱਡਦਾ ਏ, ਕਹਿੰਦਾ ਹੈ ਕਿ ਮੇਰੇ 'ਤੇ ਕਿਰਪਾ ਕਰੋ 2 ਵਕਤ ਦੀ ਰੋਟੀ, ਅਤੇ ਮਹਾਰਾਜ ਕਹਿੰਦੇ ਤੁਹਾਡੇ ਘੋੜੇ ਜਿਹੜੇ ਨੇ ਉਹ ਜਮਨਾ ਪਾਰ ਪਾਣੀ ਪੀਆ ਕਰਨਗੇ। ਇੰਨੇ ਵੱਡੇ ਦਾਤੇ ਕਿ ਛਿਨ ਦੇ ਵਿੱਚ ਰਾਉ ਅਰੰਕ ਕੋ ਕਰਈ। ਕਿਸੇ ਕੰਗਾਲ ਨੂੰ ਇੱਕ ਛਿਨ ਵਿੱਚ ਰਾਉ ਰਾਜਾ ਬਣਾ ਦੇਣਾ। ਫਿਰ ਇੰਨੇ ਵੱਡੇ ਦਾਤੇ ਕਿ ਜਦ ਕਿਸੇ ਦੇ ਧਰਮ ਦੇ ਉੱਤੇ ਕੋਈ ਆਂਚ ਆਈ
ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਤੱਕ ਮਹਾਰਾਜ ਦਾਨ ਵਿੱਚ ਦਿੰਦੇ ਨੇ। ਕਿਉਂ ਸਤਿਗੁਰੂ ਵੱਡੇ ਦਾਨੀ ਹਨ ਤੇ ਗੁਰੂ ਕਾ ਸਿੱਖ, ਗੁਰੂ ਕਾ ਖਾਲਸਾ ਉਹ ਇਹ ਵੀ ਵੱਡਾ ਦਾਨੀ ਹੈ। ਖਾਲਸੇ ਵਰਗਾ ਦਾਨੀ ਕੋਈ ਸੰਸਾਰ ਵਿੱਚ ਦੇਖਣ ਨੂੰ ਨਹੀਂ ਜੇ ਮਿਲਦਾ। ਆਮ ਲੋਕ ਜਿਹੜੇ ਨੇ ਉਹ ਕਈ ਵਾਰੀ ਸੰਸਾਰ ਦੇ ਲੋਕਾਂ ਦੀ, ਸਮਾਜ ਦੇ ਲੋਕਾਂ ਦੀ ਕਰਤੂਤ ਦੇਖ ਕਰਕੇ ਤੇ ਮਨ ਵਿੱਚ ਉਦਾਸ ਹੋ ਜਾਂਦੇ ਨੇ। ਪਰ ਜਿਹੜੇ ਗੁਰੂ ਕੇ ਖਾਲਸੇ ਨੇ, ਗੁਰੂ ਕਾ ਸਿੱਖ ਹੈ, ਉਹ ਤਾਂ ਆਪਣੇ ਗੁਰੂ ਦਾ ਹੁਕਮ ਮੰਨਦੇ ਤੇ ਹੁਕਮ ਅਨੁਸਾਰ ਗੁਰੂ ਸਾਹਿਬ ਦਾ ਹੁਕਮ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਨ ਵਾਸਤੇ ਦਾਨ ਦੇਣਾ, ਫਿਰ ਦਸਵਾਂ ਹਿੱਸਾ ਕਮਾਈ ਵਿੱਚੋਂ ਕੱਢਣਾ। ਤੇ ਇਸੇ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਕਮਾਉਣੇ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ। ਖਾਲਸੇ ਨੂੰ ਦਾਨ ਦਿੱਤਾ ਹੋਇਆ ਸਤਿਗੁਰੂ ਕਹਿੰਦੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਸ ਲਈ ਗੁਰੂ ਸਤਿਗੁਰੂ ਜੀ ਆਪ ਵੱਡੇ ਦਾਨੀ ਨੇ ਤੇ ਆਪਣੇ ਸੁਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਕਲਿਆਣ ਖੁਸ਼ੀ ਮੰਗਦੇ ਹਨ। ਮੁਖ ਮੰਡਲ ਸੁੰਦਰ ਚੰਦੂ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਸੋਹਣਾ ਮੁਖੜਾ ਜਿਹੜਾ ਨਾ ਉਹ ਚੰਦਰਮਾ ਵਾਂਗੂ ਹੈ, ਠੰਡ ਦੇਣ ਵਾਲਾ। ਜਿਸ ਤਰ੍ਹਾਂ ਚੰਦਰਮਾ ਵਿੱਚ ਠੰਡਕ ਹੈ, ਇੰਦ ਬਿਨਾਂ ਜੋ ਮੰਦ ਨਿਸ। ਜਿਸ ਤਰ੍ਹਾਂ ਚੰਦਰਮਾ ਤੋਂ ਬਿਨਾਂ ਰਾਤ ਸੋਹਣੀ ਨਹੀਂ ਲੱਗਦੀ, ਜੇ ਚੰਦਰਮਾ ਨਾ ਹੋਵੇ ਰਾਤਰੀ ਨੂੰ ਤੇ ਫਿਰ ਰਾਤ, ਹਨੇਰੀ ਰਾਤ ਇੰਨੀ ਸ਼ੋਭਦੀ ਨਹੀਂ ਹੈ। ਇਸੇ ਤਰ੍ਹਾਂ ਚੰਦਰਮਾ ਇੱਕ ਉਹਦੀ ਸੁੰਦਰਤਾ ਦਾ ਗੁਣ ਲੈਣਾ, ਉਹਦੀ ਠੰਡਕ ਲੈਣੀ। ਇਸ ਤਰ੍ਹਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਮੁਖ ਚੰਦਰਮਾ ਮਈ ਬੜਾ ਸੁੰਦਰ ਹੈ। ਜਿਹੜੇ ਦਰਸ਼ਨ ਕਰਨ ਆਉਂਦੇ ਨੇ ਗੁਰੂ ਕੇ ਸਿੱਖ, ਉਹਨਾਂ ਨੂੰ ਵੀ ਠੰਡ ਦੇਣ ਵਾਲੇ ਹਨ। ਵਿਖ ਹਰਖਤ ਆਨੰਦ ਕੰਦੂ। ਤੇ ਆਨੰਦ ਦੇ ਬੱਦਲ ਨੇ, ਪਿੱਖ ਹਰਖਤ ਸਾਰੇ ਦੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਦ੍ਰਿਗ ਦਲ ਬਲੰਦ ਅਰ ਬਿੰਦੂ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਨੇਤਰ ਨੇ ਸੋਹਣੇ ਕਮਲਾਂ ਦੀ ਤਰ੍ਹਾਂ ਹਨ। ਦੁੱਧ ਕਲਕਾ ਰਦਨ ਮਨਿੰਦੂ। ਨੇਤਰ ਕਮਲ ਦੀਆਂ ਪੰਖੜੀਆਂ ਨੇ ਤੇ ਜਿਹੜੇ ਸਤਿਗੁਰੂ ਜੀ ਦੇ ਦੰਦ ਨੇ ਦੁੱਤ ਕਲਕਾ, ਉਹ ਮਾਨੋ ਕਿ ਕਲੀਆਂ ਦੀ ਤਰ੍ਹਾਂ ਬਹੁਤ ਸੁੰਦਰ। ਜਿਸ ਤਰ੍ਹਾਂ ਕਲੀਆਂ ਦਾ ਰੰਗ ਚਿੱਟਾ ਹੁੰਦਾ ਹੈ, ਇਸ ਤਰ੍ਹਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਮੁਖੜੇ ਵਿੱਚ ਦੰਦ ਹਨ ਉਹ ਕਲੀਆਂ ਦੀ ਤਰ੍ਹਾਂ ਬੜੇ ਸੋਹਣੇ ਚਮਕਦੇ ਹਨ। ਹਰਖੰਤ ਦਾਸ ਪਿਕ ਬ੍ਰਿੰਦੂ। ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਆ ਕੇ ਦਾਸ ਦਰਸ਼ਨ ਕਰਦੇ ਨੇ, ਸਾਰਿਆਂ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਜੀ ਮੁਸਕਾਨ ਦੇ ਕਰਕੇ ਤੇ ਮੁਸਕਰਾਹਟ ਦੇ ਕਰਕੇ ਪ੍ਰਸੰਨ ਕਰਦੇ ਨੇ। ਕਰ ਪ੍ਰੇਮ ਤੁਰਕ ਅਰ ਹਿੰਦੂ। ਤੁਰਕ ਅਤੇ ਹਿੰਦੂ ਸਾਰੇ ਹੀ ਬਹੁਤ ਪ੍ਰੇਮ ਕਰਦੇ ਹਨ। ਦਿਨ ਰੈਣ ਨੈਣ ਕੇ ਆਗੇ। ਜਿਸ ਤਰ੍ਹਾਂ ਦਿਨ ਰਾਤ ਨੇਤਰਾਂ ਦੇ ਅੱਗੇ। ਰਖ ਜਨਨੀ ਆਨ ਨਾ ਤਿਆਗੇ। ਮਾਤਾ ਗੰਗਾ ਜੀ ਆਪਣੇ ਸੁਪੁੱਤਰ ਨੂੰ ਆਪਣੀ ਅੱਖਾਂ ਅੱਗੇ ਰੱਖਦੇ ਨੇ, ਦੂਰ ਨਹੀਂ ਕਰਦੇ। ਕਰ ਭਲੀ ਭਾਂਤ ਤਕਰਾਈ। ਭਲੀ ਭਾਂਤ ਹਰ ਤਰ੍ਹਾਂ ਕਰਕੇ ਧਿਆਨ ਰੱਖਦੇ ਹਨ। ਨਿਜ ਹਾਥ ਆਹਾਰ ਖੁਆਈ। ਆਪਣੇ ਕੋਮਲ ਹੱਥਾਂ ਦੇ ਨਾਲ ਆਪਣੇ ਸੁਪੁੱਤਰ ਨੂੰ ਭੋਜਨ ਛਕਾਉਂਦੇ ਹਨ। ਵਿਸ਼ਵਾਸ ਨਾ ਕਰਤੀ ਕੈਸੀ। ਹੋਰਾਂ ਦਾ ਵਿਸ਼ਵਾਸ ਜਿਹੜਾ ਉਹ ਨਹੀਂ ਕਰਦੇ। ਰਖ ਪਲਕ ਬਿਲੋਚਨ ਜੈਸੀ। ਜਿਸ ਤਰ੍ਹਾਂ ਨੇਤਰਾਂ ਦੀ ਰੱਖਿਆ ਪਲਕਾਂ ਕਰਦੀਆਂ ਨੇ, ਇਸ ਤਰ੍ਹਾਂ ਮਾਤ ਜੀ ਆਪਣੇ ਸੁਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਕਰਦੇ ਨੇ। ਰਹਿ ਰਾਤ ਵਿਖੈ ਰਖਵਾਰੀ। ਰਾਤ ਦੇ ਸਮੇਂ ਮਾਤਾ ਜੀ ਆਪਣੇ ਪੁੱਤਰ ਦੀ ਰਾਖੀ ਆਪ ਕਰਦੇ ਹਨ। ਨਰ ਜਾਗਤ ਖਰੋ ਨਿਹਾਰੀ। ਫਿਰ ਰੱਖਿਆ ਕਰਨ ਵਾਸਤੇ ਕੋਲ ਜਿਹੜੇ ਸੇਵਕ ਹਨ ਉਹ ਵੀ ਖੜੋਂਦੇ ਹਨ। ਸੇਵਕ ਜਿਹੜੀਆਂ ਦਾਸੀਆਂ ਨੇ ਉਹ ਵੀ ਰੱਖਿਆ ਵਾਸਤੇ ਖਲੋਂਦੀਆਂ ਨੇ। ਉਰ ਤਰਾਸ ਧਾਰ ਕਰ ਗੰਗਾ। ਮਾਤਾ ਜੀ ਹਿਰਦੇ ਵਿੱਚ ਡਰ ਰੱਖਦੇ ਹਨ। ਸੁਤ ਪਾਲਤ ਦੀਰਘ ਅੰਗਾ। ਲੰਬੇ ਅੰਗਾਂ ਵਾਲੇ, ਸੋਹਣੇ ਅੰਗਾਂ ਵਾਲੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਾਲਦੇ ਹਨ। ਹਰ ਗੋਬਿੰਦ ਸ਼ੈਲ ਸ਼ਬੀਲਾ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੂਪ ਹੈ, ਸਰੀਰ ਹੈ, ਬੜਾ ਸ਼ੈਲ ਤੇ ਸ਼ਬੀਲਾ ਸੁੰਦਰ ਹੈ। ਕਰ ਬਾਲਪਣੇ ਕੀ ਲੀਲਾ। ਸਤਿਗੁਰੂ ਜੀ ਬਾਲਾਂ ਵਾਲੀਆਂ, ਜਿਸ ਤਰ੍ਹਾਂ ਛੋਟੇ ਬਾਲਕ ਲੀਲਾ ਕਰਦੇ ਨੇ, ਇਸ ਤਰ੍ਹਾਂ ਸਤਿਗੁਰੂ ਜੀ ਬਾਲਕਾਂ ਵਾਂਗੂ ਸੋਹਣੀਆਂ ਲੀਲਾ ਦਿਖਾਉਂਦੇ ਹਨ। ਪਦ ਪੰਕਜ ਅੰਗਣ ਦੌਰੇ। ਆਪਣੇ ਚਰਨਾਂ ਕਮਲਾਂ ਦੇ ਨਾਲ ਸਤਿਗੁਰੂ ਜੀ ਵਿਹੜੇ ਵਿੱਚ ਦੌੜਦੇ ਹਨ। ਗਹਿ ਬਾਲਕ ਲੈ ਪਰ ਕੌਰੇ। ਬਾਲਕਾਂ ਨੂੰ ਆਪਣੀ ਜੱਫੀ ਦੇ ਵਿੱਚ ਲੈਂਦੇ ਨੇ। ਜਿਸ ਤਰ੍ਹਾਂ ਬਾਲ ਖੇਡਦੇ ਨੇ, ਇੱਕ ਦੂਜੇ ਨੂੰ ਦਬਾਉਂਦੇ ਹਨ, ਪਿਛਾਂਹ ਧੱਕਦੇ ਨੇ, ਇਸ ਤਰ੍ਹਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਬਾਲਾਂ ਵਾਲੀਆਂ ਲੀਲਾ ਦਿਖਾਉਂਦੇ ਹਨ। ਬਹੁ ਕਰੇ ਭੇਰ ਤਰ ਢਾਹੈ। ਜਿਹੜੀ ਭੇੜ ਆਪਸ ਵਿੱਚ ਬਾਲ ਕਰਦੇ ਨੇ, ਫਿਰ ਇੱਕ ਦੂਜੇ ਨੂੰ ਢਾ ਲੈਂਦੇ ਹਨ। ਉਹ ਜੁਗ ਬਾਹੈ ਓਜ ਨਿਵਾਹੈ। ਸ਼੍ਰੀ ਹਰਗੋਬਿੰਦ ਸਾਹਿਬ ਜੀ
ਜਦੋਂ ਬਾਲ ਜੱਫੀ ਵਿੱਚ ਲੈਂਦੇ ਢਾ ਲੈਂਦੇ ਨੇ ਤੇ ਬਾਹਾਂ ਦਾ ਬਲ ਦਿਖਾਉਂਦੇ ਹਨ। ਬਹੁ ਖੇਲ ਖੇਲ ਰਸ ਰਾਤੀ, ਇਸ ਤਰ੍ਹਾਂ ਖੇਡਾਂ ਜਿਹੜੀਆਂ ਬਾਲ ਚੋਜ ਹਨ ਉਸ ਦੇ ਰਸ ਵਿੱਚ ਰੰਗੇ ਹਨ। ਕਰ ਚਰਨ ਕਮਲ ਜਨ ਰਾਤੀ, ਤੇ ਚਰਨਾਂ ਕਮਲਾਂ ਦੇ ਨਾਲ ਸਤਿਗੁਰੂ ਜੀ ਵਿਹੜੇ ਵਿੱਚ ਕਈ ਕੌਤਕ ਦਿਖਾਉਂਦੇ ਹਨ। ਇਮ ਖੇਲਤ ਪਿਤ ਢਿਗ ਆਵੈ, ਇਸ ਤਰ੍ਹਾਂ ਖੇਡਦਿਆਂ ਖੇਡਦਿਆਂ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਉਂਦੇ ਹਨ। ਸਭ ਸਭਾ ਮੋਦ ਉਪਜਾਵੈ, ਸਾਰੀ ਸਭਾ ਬੈਠੀ ਹੋਈ ਸਤਿਗੁਰਾਂ ਦੇ ਕੋਲ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੌੜ ਕੇ ਆਉਂਦੇ ਨੇ ਤੇ ਦੇਖ ਕੇ ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ ਨੇ। ਵਿਖ ਲੱਛਣ ਅੰਗ ਵਿਸਾਲਾ, ਸੋਹਣੇ ਅੰਗਾਂ ਦੇ ਸੁੰਦਰ ਲੱਛਣ ਦੇਖਦੇ ਹਨ। ਗੁਰ ਭਾਰੋ ਹੋਏ ਕਿਰਪਾਲਾ, ਦੇਖ ਕਰਕੇ ਸਾਰੇ ਅਨੁਮਾਨ ਲਾਉਂਦੇ ਨੇ ਕਿ ਭਾਰੀ ਕਿਰਪਾਲੂ ਜੀ ਭਾਰੀ ਗੁਰੂ ਹੋਣਗੇ, ਕਿਉਂਕਿ ਬਚਪਨ ਵਿੱਚ ਹੀ ਸਤਿਗੁਰਾਂ ਦੇ ਜਿਹੜੇ ਅੰਗ ਸੀ, ਸਰੀਰ ਬੜਾ ਸ਼ੈਲ ਸ਼ਬੀਲਾ ਸੁੰਦਰ ਸੀ, ਅੰਗ ਲੰਬੇ ਸਨ, ਭਾਰੀ ਸਰੀਰ ਸੀ। ਦੇਖ ਕਰਕੇ ਸਾਰੇ ਕਹਿੰਦੇ ਸੀ ਇਹ ਭਾਰੀ ਗੁਰੂ ਹੋਣਗੇ। ਕੋ ਕਹੈ ਸੂਰ ਬੜ ਹੋਵੈ, ਕਈ ਕਹਿੰਦੇ ਸਨ ਕਿ ਵੱਡੇ ਸੂਰਮੇ ਹੋਣਗੇ। ਗਨ ਦੁਸ਼ਟਨ ਕੀ ਜਰ ਖੋਵੈ, ਤੇ ਵੈਰੀਆਂ ਦੀ ਦੁਸ਼ਟਾਂ ਦੀ ਜੜ ਪੁੱਟਣਗੇ। ਕੋਸ਼ ਕਹੈ ਢੀਲ ਬਲਵਾਨਾ, ਕੋਈ ਕਹਿੰਦਾ ਹੈ ਕਿ ਇਹਨਾਂ ਦਾ ਢੀਲ ਜਿਹੜਾ ਹੈ ਸਰੀਰ ਹੈ ਉਹ ਬਹੁਤੇ ਬਲ ਵਾਲਾ ਹੋਵੇਗਾ। ਕਿਸ ਨਰ ਕੋ ਅਸ ਨਹਿ ਜਾਣਾ, ਕੋਈ ਮਨੁੱਖ ਜਿਹੜਾ ਇਹਨਾਂ ਵਰਗਾ ਨਹੀਂ ਹੈ, ਨਾ ਕੋਈ ਹੋਵੇਗਾ, ਕਿਉਂਕਿ ਬਚਪਨ ਵਿੱਚ ਹੀ ਸਰੀਰ ਇੰਨਾ ਬਲੀ ਸੀ ਸਤਿਗੁਰਾਂ ਦਾ। ਦੇਖ ਦੇਖ ਕੇ ਸਿੱਖ ਸੰਗਤਾਂ ਨੂੰ ਮਾਨ ਲਾਉਂਦੀਆਂ ਨੇ। ਪੁਜ ਹੋਏ ਪ੍ਰਲੰਬਤ ਭਾਰੀ, ਤਾਂ ਭੁਜ ਬਾਹਾਂ ਦੇ ਵਿੱਚ ਬਹੁਤਾ ਜਿਹੜਾ ਬਲ ਸੀ, ਇਸੇ ਤਰ੍ਹਾਂ ਭੁਜ ਹੋਏ ਪ੍ਰਲੰਬਤ ਭਾਰੀ, ਜਿਹੜੀਆਂ ਬਾਹਾਂ ਨੇ ਲੰਬੀਆਂ ਨੇ, ਬਹੁਤੇ ਬਲ ਵਾਲੀਆਂ ਨੇ। ਉਰੇ ਆਜੁਤ ਯੁਤ ਵਿਸਤਾਰੀ, ਜਿਹੜੀ ਛਾਤੀ ਉਹ ਚੌੜੀ ਹੈ ਤੇ ਬਹੁਤਾ ਉਹਦਾ ਵਿਸਥਾਰ ਹੈ, ਫੈਲੀ ਹੋਈ ਹੈ। ਸਭ ਦੇਖ ਦੇਖ ਸੁਖ ਪਾਵੈ, ਦੇਖ ਦੇਖ ਕੇ ਸਿੱਖ ਸੁਖ ਪਾਉਂਦੇ ਹਨ। ਇਮ ਸ੍ਰੀ ਗੁਰ ਦਿਓਸ ਬਿਤਾਵੈ, ਇਸ ਤਰ੍ਹਾਂ ਸਤਿਗੁਰੂ ਜੀ ਆਪਣਾ ਦਿਨ ਬਤੀਤ ਕਰਦੇ ਨੇ। ਨਿਤ ਵਰਤਤ ਢੀਲ ਵਿਸਾਲਾ, ਬੜਾ ਸੁੰਦਰ ਜਿਹੜਾ ਸਰੀਰ ਸੀ ਸਤਿਗੁਰਾਂ ਦਾ ਵੱਧ ਰਿਹਾ ਹੈ। ਬੜ ਆਯੁਤ ਸੁੰਦਰ ਭਾਲਾ, ਵੱਡਾ ਮੱਥਾ ਜਿਹੜਾ ਸੀ ਸੁੰਦਰ ਤੇ ਚੌੜਾ ਹੈ। ਸ੍ਰੀ ਅਰਜਨ ਸਭ ਦਿਨ ਮਾਹੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਰਾ ਦਿਨ ਤਜ ਆਲਸ ਜਾਮ ਨਿਸਾਹੀ, ਹਾਂ ਤਜ ਆਲਸ ਜਾਮ ਨਿਸਾਹੀ, ਪਹਿਰ ਰਾਤ ਰਹਿੰਦਿਆਂ ਆਲਸ ਨੂੰ ਛੱਡ ਦਿੰਦੇ। ਇਹ ਗੁਰਸਿੱਖ ਦਾ ਨੇਮ ਵੀ ਹੈ। ਗੁਰੂ ਰਾਮਦਾਸ ਜੀ ਨੇ ਹੁਕਮ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਨਿੱਤ ਦਾ ਨੇਮ ਸੀ। ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠਦੇ। ਸੁਚ ਕਿਰਿਆ ਪ੍ਰਾਤ ਹਿਤਕਾਰੀ, ਤੇ ਆਪਣੀ ਜਿਹੜੀ ਸੁਚਮਤਾ ਦੇ ਨਾਲ ਸਰੀਰ ਦੀ ਕਿਰਿਆ ਕਰਦੇ ਸਵੇਰ ਹੁੰਦਿਆਂ। ਪੁਨ ਬੈਠੇ ਆਸਨ ਮਾਰੀ, ਫਿਰ ਸਤਿਗੁਰੂ ਜੀ ਇਸ਼ਨਾਨ ਪਾਨ ਤੋਂ ਬਾਅਦ ਆਪਣਾ ਆਸਣ ਲਾ ਕੇ ਬੈਠਦੇ। ਤਿਤੇ ਆਪਨ ਸਰੂਪ ਮਝਾਰਾ, ਤੇ ਆਪਣਾ ਜਿਹੜਾ ਸਰੂਪ ਸੀ ਨਿਜ ਸਰੂਪ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦੇ। ਕਹਿ ਸਰੂਪ ਕਿਹੜਾ? ਨਿਜ ਸਰੂਪ ਆਤਮ ਸਰੂਪ ਹੈ ਤੇ ਆਤਮ ਸਰੂਪ ਹੀ ਪ੍ਰਮਾਤਮ ਸਰੂਪ ਹੈ। ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ। ਮਨ ਰਾਖੈ ਰੋ ਕੇ ਉਦਾਰਾ, ਤੇ ਆਪਣਾ ਜਿਹੜਾ ਮਨ ਸੀ ਉਹਦੇ ਵਿੱਚ ਟਿਕਾ ਕੇ ਰੱਖਦੇ। ਇੱਕ ਦਿਓਸ ਪ੍ਰਾਤ ਜਬ ਹੋਈ, ਇੱਕ ਦਿਨ ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਣਾ ਨੇਮ ਸੀ ਰੋਜ਼ ਦਾ। ਇੱਕ ਦਿਨ ਸਵੇਰ ਦਾ ਸਮਾਂ ਹੋਇਆ, ਉਠ ਕਿਰਿਆ ਕਰਤ ਪੇ ਸੋਈ, ਉੱਠ ਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਤਨ ਦੀ ਸਰੀਰ ਦੀ ਕਿਰਿਆ ਕੀਤੀ ਹੈ। ਜਲ ਕੂਪ ਪ੍ਰਥਮ ਇਸ਼ਨਾਨੇ, ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਖੂਹ ਦੇ ਜਲ ਦੇ ਵਿੱਚ ਇਸ਼ਨਾਨ ਕੀਤਾ ਹੈ। ਸ੍ਰੀ ਅੰਮ੍ਰਿਤਸਰ ਪੁਨ ਪਿਆਨੇ, ਫਿਰ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਨਾਮ ਸਰੋਵਰ ਦਾ ਹੈ, ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਆਏ ਨੇ। ਸੰਗਤ ਜੀ, ਇਹ ਨੇਮ ਸਤਿਗੁਰੂ ਜੀ ਹਰ ਰੋਜ਼ ਆਪਣਾ ਨਿਭਾਉਂਦੇ ਰਹੇ। ਜਿੰਨਾ ਸਮਾਂ ਸਤਿਗੁਰੂ ਜੀ ਸਰੀਰ ਕਰਕੇ ਇੱਥੇ ਅੰਮ੍ਰਿਤਸਰ ਰਹੇ ਹਨ, ਤੇ ਜਿਹੜੇ ਗੁਰੂ ਸਾਹਿਬ ਜੀ ਨੇ ਪਾਵਨ ਸਰੋਵਰ ਦਾ ਮਹਾਤਮ ਸਾਨੂੰ ਬਾਣੀ ਵਿੱਚ ਦਰਸਾਇਆ ਹੈ ਨਾ, ਇਤਿਹਾਸ ਵਿੱਚ ਸਾਨੂੰ ਇਹ ਪਤਾ ਚੱਲਦਾ ਹੈ ਕਿ ਸਤਿਗੁਰੂ ਜੀ ਨੇ ਆਪ ਵੀ ਇਹ ਨੇਮ ਨਿਭਾਇਆ। ਪਰ ਇਹ ਖਿਆਲ ਰੱਖਣ ਵਾਲੀਆਂ ਗੱਲਾਂ ਨੇ ਕਿ ਸਤਿਗੁਰੂ ਜੀ ਪਹਿਲਾਂ ਆਪ ਖੂਹ ਦੇ ਜਲ ਵਿੱਚ ਇਸ਼ਨਾਨ ਕਰਦੇ, ਤੇ ਜਲ ਵਿੱਚ ਇਸ਼ਨਾਨ ਕਰਕੇ ਬਾਹਰ ਪਹਿਲਾਂ ਫਿਰ ਅੰਮ੍ਰਿਤ ਸਰੋਵਰ ਵਿੱਚ ਆਉਂਦੇ ਨੇ, ਫਿਰ ਇਹ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨਾ। ਇਹ ਗੱਲਾਂ ਦਾ ਧਿਆਨ ਸਾਨੂੰ ਵੀ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਬਾਹਰੋਂ ਦੂਰੋਂ ਚੱਲ ਕੇ ਆਉਂਦੇ ਹਾਂ ਤੇ ਸਰੀਰ 'ਤੇ ਕਈ ਵਾਰੀ ਪਸੀਨਾ ਆਉਣਾ ਜਾਂ ਕੋਈ ਬਾਹਰੋਂ ਸਰੀਰਕ ਕਿਰਿਆ ਹੋਈ ਹੋਣੀ। ਇਸੇ ਤਰ੍ਹਾਂ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਨਾ ਇਸ ਤਰ੍ਹਾਂ ਨਹੀਂ। ਪਹਿਲਾਂ ਬਾਹਰ, ਹੁਣ ਤਾਂ ਆ ਟੂਟੀਆਂ ਦਾ ਪ੍ਰਬੰਧ ਕੀਤਾ ਗਿਆ, ਪਹਿਲਾਂ ਇੱਥੇ ਇਸ਼ਨਾਨ ਕਰਨਾ ਤੇ ਫਿਰ ਪਾਵਨ ਸਰੋਵਰ ਵਿੱਚ ਜਾ ਕਰਕੇ ਇਸ਼ਨਾਨ ਕਰਨਾ ਹੈ। ਇਹ ਸਰੋਵਰ ਦਾ ਮਹਾਤਮ ਸਤਿਗੁਰੂ ਜੀ ਨੇ ਆਪ ਬਾਣੀ ਅੰਦਰ ਦਰਸਾਇਆ ਹੈ
ਕਿ ਇਸ ਪਾਵਨ ਸਰੋਵਰ ਦੇ ਪ੍ਰਥਾਏ ਸਤਿਗੁਰੂ ਜੀ ਦੇ ਬਚਨ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਉਂ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਪਹਿਲਾਂ ਖੂਹ ਦੇ ਜਲ ਵਿੱਚ ਇਸ਼ਨਾਨ ਕਰਨ। ਜਿਹੜੇ ਬਚਨ ਗੁਰਦੇਵ ਨੇ ਸਿੱਖਾਂ ਨੂੰ ਕਹੇ ਨੇ, ਉਹ ਪਹਿਲਾਂ ਆਪ ਵੀ ਸਤਿਗੁਰੂ ਜੀ ਨੇ ਉਹਨਾਂ ਬਚਨਾਂ ਨੂੰ ਕਮਾਇਆ। ਪਹਿਲਾਂ ਖੂਹ ਦੇ ਜਲ ਵਿੱਚ ਇਸ਼ਨਾਨ ਕਰਕੇ ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਲਈ ਆਉਂਦੇ ਹਨ। ਸਿੱਖ ਗਿਆਨੀ ਕੇਤਿਕ ਸੰਗੇ, ਕਈ ਗਿਆਨਵਾਨ ਸਿੱਖ ਸਤਿਗੁਰੂ ਜੀ ਦੇ ਨਾਲ ਹਨ। ਕੋ ਸਤਿਨਾਮ ਰਤ ਰੰਗੇ, ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵਿੱਚ ਜਿਨ੍ਹਾਂ ਦੇ ਚਿੱਤ ਰੰਗੇ ਹੋਏ ਨੇ, ਅੰਮ੍ਰਿਤ ਵੇਲਾ ਉਹੀ ਸੰਭਾਲਦੇ ਨੇ ਜਿਨ੍ਹਾਂ ਦੇ ਚਿੱਤ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗੇ ਨੇ। ਨਹੀਂ ਤਾਂ ਸਾਡੇ ਵਰਗਿਆਂ ਨੂੰ ਤਾਂ ਦਿਨ ਚੜ੍ਹਨ ਤੱਕ, ਸੂਰਜ ਚੜ੍ਹਨ ਤੱਕ ਸੁਰਤ ਜਿਹੜੀ ਉਹ ਨਹੀਂ ਆਉਂਦੀ। ਪਰ ਫਿਰ ਗੱਲਾਂ ਵੱਡੀਆਂ ਵੱਡੀਆਂ ਕਰਨੀਆਂ, ਕਈ ਤਰ੍ਹਾਂ ਦੀ ਤਰਕ ਝਗੜੇ ਖੜੇ ਕਰਨੇ ਧਰਮ ਦੇ ਨਾਂ ਦੇ ਉੱਤੇ। ਪਰ ਧਰਮ ਹੈ ਹੀ ਸ਼ਰਧਾ। ਇਸ ਲਈ ਗੁਰੂ ਰਾਮਦਾਸ ਜੀ ਦੇ ਜਿਹੜੇ ਪਾਵਨ ਬਚਨ ਨੇ, ਜਿਹੜੇ ਸਤਿਗੁਰੂ ਜੀ ਨੇ ਦ੍ਰਿੜ ਕਰਵਾਏ, ਗੁਰ ਸਤਿਗੁਰੂ ਕਾਜੂ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇਸ ਪਾਵਨ ਅੰਮ੍ਰਿਤਸਰ ਜੇ ਅੰਮ੍ਰਿਤਸਰ ਵਿੱਚ ਹੋਵੇ ਤੇ ਫਿਰ ਅੰਮ੍ਰਿਤਸਰ ਸਰੋਵਰ ਵਿੱਚ ਪਾਵਨ ਜਲ ਵਿੱਚ ਇਸ਼ਨਾਨ ਜ਼ਰੂਰ ਕਰੇ। ਇਹ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਵੀ ਨੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਪਹਿਲਾਂ ਖੂਹ ਦੇ ਜਲ ਵਿੱਚ ਇਸ਼ਨਾਨ ਕਰਕੇ ਫਿਰ ਸਰੋਵਰ 'ਚ ਆਉਂਦੇ ਨੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਰੰਗ ਰਤੜੀਆਂ ਰੂਹਾਂ ਨੇ, ਜਿਨ੍ਹਾਂ ਦੇ ਚਿੱਤ ਨਾਮ ਦੇ ਵਿੱਚ ਰੰਗੇ ਹੋਏ ਹਨ। ਨਿਸ ਦਿਓਸ ਲਗੇ ਲਿਵ ਜੀਹਾ, ਜਿਨ੍ਹਾਂ ਦੀ ਦਿਨ ਰਾਤ ਨਾਮ ਵਿੱਚ ਲਿਵ ਲੱਗੀ ਹੈ। ਪ੍ਰਭ ਦਰਸ਼ਨ ਕੀ ਉਰ ਈਹਾ, ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਪ੍ਰਭੂ ਦੇ ਦਰਸ਼ਨਾਂ ਦੀ ਇੱਛਾ ਹੈ। ਵੱਡ ਭਾਗੇ ਹਨ ਉਹ ਵੀ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੇ ਉਹ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਦੇ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਦਰਸ਼ਨਾਂ ਦੀ ਇੱਛਾ ਹੈ ਤੇ ਜਿਨ੍ਹਾਂ ਨੂੰ ਪ੍ਰਤੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਦਰਸ਼ਨ ਹੋ ਰਹੇ ਨੇ, ਉਹਨਾਂ ਦੇ ਤਾਂ ਵੱਡੇ ਭਾਗ ਨੇ ਨਾ। ਭਗਤ ਧੰਨਾ ਜੀ ਦੀ ਬੜੀ ਕਮਾਈ। ਤੇ ਫਿਰ ਧੰਨਾ ਜੀ ਦੇ ਪਾਵਨ ਬਚਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਤੁਸੀਂ ਪ੍ਰਤੱਖ ਦਰਸ਼ਨ ਦਿੱਤੇ ਨੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪਰ ਉਹ ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ, ਜਿਨ੍ਹਾਂ ਨੂੰ ਪ੍ਰਤੱਖ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰੀ ਦੀ ਮੂਰਤ, ਉਹਨਾਂ ਦੇ ਦਰਸ਼ਨ ਹੋ ਰਹੇ ਨੇ। ਤੇ ਉਹ ਵੱਡੇ ਭਾਗਾਂ ਵਾਲੇ ਸਿੱਖ ਨੇ ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਰੰਗੀ ਹੋਈ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਹੀ ਸਦਾ ਇੱਛਾ ਰੱਖਦੇ ਹਨ। ਸਭ ਸੁਦਾ ਸਰੋਵਰ ਮੱਜੇ, ਸਾਰੀਆਂ ਸਿੱਖ ਸੰਗਤਾਂ ਜਿਹੜੇ ਸਿੱਖ ਨੇ ਗੁਰੂ ਸਾਹਿਬ ਜੀ ਦੇ ਨਾਲ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਪਾਵਨ ਸਰੋਵਰ ਜਿਹੜਾ ਸੁਦਾ ਸਰੋਵਰ, ਅੰਮ੍ਰਿਤਮਈ ਸਰੋਵਰ, ਇਹਦੇ ਵਿੱਚ ਇਸ਼ਨਾਨ ਕਰਦੇ ਹਨ। ਬਹੁ ਜਨਮਨ ਕੇ ਅਗ ਭੱਜੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਬਹੁਤੇ ਜਨਮਾਂ ਦੇ ਜਿਹੜੇ ਕਲਮਲ ਪਾਪ ਭੱਜੇ ਨਾਸ ਹੁੰਦੇ ਨੇ। ਸੰਗਤ ਜੀ, ਸਿੱਖ ਤਾਂ ਸ਼ਰਧਾ ਲੈ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਸ਼ਰਧਾ ਦੀ ਭੇਟਾ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ। ਜਦੋਂ ਭਾਵਨਾ ਬਣਾ ਕੇ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰੀਦਾ ਹੈ, ਰਸਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ, ਜਦੋਂ ਪ੍ਰੇਮ ਦੇ ਨਾਲ ਗੁਰੂ ਕੇ ਸਿੱਖ ਇਸ਼ਨਾਨ ਕਰਦੇ ਨੇ, ਫਿਰ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਕਲਮਲ ਜਿਹੜੇ ਪਾਪ ਨੇ ਉਹ ਨਾਸ ਹੁੰਦੇ ਨੇ। ਗੁਰੂ ਸਾਹਿਬ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ। ਤੇ ਸੰਗਤ ਜੀ, ਇਹ ਦਰਸ਼ਨ ਸਰੋਵਰ ਦੇ ਇਸ਼ਨਾਨ ਤਾਂ ਗੁਰਸਿੱਖਾਂ ਨੇ ਉਦੋਂ ਨਾ ਛੱਡੇ ਜਦੋਂ ਗੁਰਸਿੱਖਾਂ 'ਤੇ ਬੜਾ ਵੱਡਾ ਮੁਸੀਬਤ ਵਾਲਾ ਸਮਾਂ ਬਣਿਆ ਸੀ। ਬੜੇ ਇੱਥੇ ਪਹਿਰੇ ਲੱਗੇ ਹੁੰਦੇ ਸਨ, ਵੱਡੀਆਂ ਫੌਜਾਂ ਖੜੀਆਂ ਹੁੰਦੀਆਂ ਸੀ, ਅੱਜ ਹੀ ਨਹੀਂ ਖਲਾਉਣ ਲੱਗੀਆਂ। ਉਦੋਂ ਵੱਡੇ ਵੱਡੇ ਪਹਿਰੇ ਲੱਗਦੇ ਸਨ। ਕਿਤੇ ਕੋਈ ਸਿੱਖ ਦਿਸ ਜਾਵੇ ਤਾਂ ਆਦੇਸ਼ ਹੁੰਦਾ ਸੀ ਕਿ ਇਹਦਾ ਸਿਰ ਜਿਹੜਾ ਉਤਾਰ ਦਿੱਤਾ ਜਾਵੇ। ਪਰ ਗੁਰੂ ਕੇ ਸਿੱਖ ਉਦੋਂ ਵੀ ਬੜੇ ਚਾਵਾਂ ਦੇ ਨਾਲ, ਜਦੋਂ ਆਪਾਂ ਗੁਰਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ, ਬੜੀ ਭਾਵਨਾ ਲੈ ਕੇ ਉਹ ਇਸ਼ਨਾਨ ਲਈ ਆਉਂਦੇ ਰਹੇ। ਸਿਰਾਂ ਦੇ ਮੁੱਲ ਵੀ ਪੈਂਦੇ ਰਹੇ ਪਰ ਪਰਵਾਹ ਨਹੀਂ ਸੀ ਕਰਦੇ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਇਸ਼ਨਾਨ ਕਰਨ ਆਉਂਦੇ ਨੇ। ਇਸ਼ਨਾਨ ਕੀਤਿਆਂ ਕਲਮਲ ਭੱਜੇ ਪਾਪ ਨਾਸ਼ ਹੁੰਦੇ ਹਨ। ਪੁਨ ਸ੍ਰੀ ਗੁਰ ਕੀ ਨਿਸ਼ਨਾਨਾ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਕਰ ਸੂਖਮ ਵਸਤਰ ਮਹਾਨਾ, ਆਪਣੇ ਗਲੇ ਦੇ ਵਿੱਚ ਬੜਾ ਸੁੰਦਰ ਸੂਖਮ ਬਰੀਕ ਵਸਤਰ ਧਾਰਨ ਕੀਤਾ। ਪਗ ਪੰਕਜ ਗਮਨੇ ਸੁੰਦਰ, ਚਰਨਾਂ ਕਮਲਾਂ ਦੇ ਨਾਲ ਸਤਿਗੁਰੂ ਜੀ ਚੱਲੇ ਹਨ। ਹਿਤ ਦਰਸ਼ਨ ਸ੍ਰੀ ਹਰਿ ਮੰਦਰ, ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਆਪ ਹਰ ਰੋਜ਼ ਦਾ ਗੁਰਦੇਵ ਦਾ ਨੇਮ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿੰਨਾ ਸਮਾਂ ਇੱਥੇ ਰਹੇ, ਮਹਾਰਾਜ ਜੀ ਨੇ ਨੇਮ ਆਪਣਾ ਨਿਭਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪ੍ਰਗਟ ਹੋਏ ਤੇ ਮਹਾਰਾਜ ਨੇ ਸਭ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਇੱਧਰ ਨੂੰ ਆਏ ਸੀ।
ਭਾਵੇਂ ਉਸ ਵੇਲੇ ਮਸੰਦਾਂ ਨੇ ਦਰਵਾਜ਼ੇ ਬੰਦ ਕੀਤੇ, ਬਾਬਾ ਮੱਖਣ ਸ਼ਾਹ ਜੀ ਨੇ ਕਿਹਾ ਸੀ ਸਤਿਗੁਰੂ ਹੁਕਮ ਦਿਓ ਇਹਨਾਂ ਦੀਆਂ ਵੀ ਮੁਸ਼ਕਾਂ ਬੰਨ੍ਹ ਕੇ ਲੈ ਆਵਾਂ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਅਸੀਂ ਇੱਥੇ ਕੋਈ ਝਗੜਾ ਨਹੀਂ ਖੜਾ ਕਰਨਾ। ਤੇ ਫਿਰ ਮੱਖਣ ਸ਼ਾਹ ਜੀ ਕਹਿੰਦੇ ਇੱਥੇ ਆਪਾਂ ਆਏ ਕਿਉਂ, ਚੱਲਦੇ ਹਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਦਾ ਪਾਵਨ ਸਥਾਨ ਹੈ, ਗੁਰੂ ਕਾ ਸਿੱਖ ਭਾਵੇਂ ਕਿੰਨੇ ਵੀ ਮਸੰਦ ਬਿਰਤੀ ਵਾਲੇ ਇੱਥੇ ਆ ਕੇ ਯਤਨ ਕਰਨ, ਰੁਕਾਵਟਾਂ ਪਾਉਣ, ਪਰ ਗੁਰੂ ਕਾ ਸਿੱਖ ਆਪਣੀ ਮਨ ਦੀ ਭਾਵਨਾ ਤੇ ਸ਼ਰਧਾ ਸਦਾ ਹੀ ਗੁਰੂ ਰਾਮਦਾਸ ਜੀ ਦੇ ਦਰ ਤੇ ਬਰਕਰਾਰ ਰੱਖੇਗਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਬਿਰਾਜਮਾਨ ਹੋਏ। ਅੱਜ ਗੁਰੂ ਸਾਹਿਬ ਜੀ ਦਾ ਪਾਵਨ ਸਥਾਨ ਹੈ, ਉੱਥੇ ਗੁਰਦੁਆਰਾ ਭੌਰਾ ਸਾਹਿਬ, ਥੜਾ ਸਾਹਿਬ, ਜਿੱਥੇ ਆਪਾਂ ਦਰਸ਼ਨ ਕਰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਸਰੋਵਰ 'ਚ ਇਸ਼ਨਾਨ ਕੀਤਾ ਹੈ, ਬਰੀਕ ਜਾਮਾ ਗਲ ਵਿੱਚ ਪਾਇਆ, ਫਿਰ ਸਤਿਗੁਰੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਨਿਜ ਪਿਤ ਕੋ ਕਲਪ ਸਥਾਨਾ, ਪਿਤਾ ਗੁਰੂ ਰਾਮਦਾਸ ਜੀ ਦਾ ਪਾਵਨ ਸਥਾਨ ਹਰਿਮੰਦਰ ਹਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਗੁਰੂ ਰਾਮਦਾਸ ਜੀ ਦਾ ਪਾਵਨ ਵਰਸਾਇਆ ਹੋਇਆ ਅਸਥਾਨ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਨ, ਬੈਠਾ ਸੋਢੀ ਪਾਤਸ਼ਾਹ ਆਰਾਮ ਦਾ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਪਿਤਾ ਗੁਰੂ ਰਾਮਦਾਸ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਹੋਏ ਨਮਰ ਪ੍ਰਣਾਮ ਸੁਠਾਨਾ, ਨਿਮਰ ਸਨਿਮਰ ਹੋ ਕੇ ਗੁਰੂ ਸਾਹਿਬ ਜੀ ਆਪ ਨਮਸਕਾਰ ਕਰਦੇ ਹਨ। ਸ੍ਰੀ ਰਾਮਦਾਸ ਧਰ ਧਿਆਨਾ, ਤੇ ਨਮਸਕਾਰ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਧਿਆਨ ਧਾਰਿਆ ਹੈ। ਪੁਲਕਾਵਲ ਦੇਹ ਮਹਾਨਾ, ਗੁਰੂ ਰਾਮਦਾਸ ਜੀ ਨੂੰ ਆਪਣੀ ਸੁਰਤ ਵਿੱਚ ਲਿਆਂਦਾ, ਸੁਰਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੋੜ ਲਈ ਤੇ ਸਰੀਰ ਦਾ ਜਿਹੜਾ ਰੋਮ ਰੋਮ ਸੀ ਉਹ ਖੜਾ ਹੋ ਗਿਆ। ਜਲ ਭਰਿਓ ਬਿਲੋਚਨ ਬੀਚਾ, ਜਦੋਂ ਰੋਮ ਰੋਮ ਖਿੜ ਗਿਆ ਤੇ ਨੇਤਰਾਂ ਦੇ ਵਿੱਚ ਜਿਹੜਾ ਜਲ ਸੀ ਉਹ ਗੁਰੂ ਸਾਹਿਬ ਜੀ ਦੇ ਚੱਲਿਆ। ਇਹ ਸੰਗਤ ਜੀ ਪ੍ਰੇਮ ਦਾ ਜਲ ਹੈ। ਮੈਂ ਨੀਰ ਵਹਿ ਚੱਲੇ ਜੀ, ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੇ। ਐਸੀ ਅਵਸਥਾ ਬਣੀ। ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਾਰ ਲਿਆ, ਸੁਰਤ ਵਿੱਚ ਸਤਿਗੁਰਾਂ ਨੂੰ ਵਸਾਇਆ ਤੇ ਨੇਤਰਾਂ ਰਾਹੀਂ ਜਲ ਚੱਲ ਪਿਆ। ਬਹਿ ਆਂਸੂ ਆਨਣ ਸੀਚਾ, ਨੇਤਰਾਂ ਦਾ ਜਿਹੜਾ ਜਲ ਸੀ ਉਹਦੇ ਨਾਲ ਮੁਖ ਜਿਹੜਾ ਸੀ ਉਹ ਭਰਿਆ ਹੈ। ਰੁਕ ਕੰਠ ਨ ਬੋਲਿਓ ਜਾਈ, ਜਿਹੜਾ ਕੰਠ ਸੀ, ਗਲੂਆ ਸੀ, ਗਲਾ ਸੀ, ਉਹ ਰੁਕ ਗਿਆ, ਬੋਲਿਆ ਨਹੀਂ ਸੀ ਜਾਂਦਾ। ਬੜ ਪ੍ਰੇਮ ਦੇਹ ਬਿਸਰਾਈ, ਪ੍ਰੇਮ ਦੇ ਵਿੱਚ ਇੰਨੇ ਭਿੱਜ ਗਏ ਕਿ ਸਰੀਰ ਦੀ ਸੁੱਧ ਬੁੱਧ ਹੀ ਜਿਹੜੀ ਉਹ ਭੁਲਾ ਦਿੱਤੀ। ਚਿਰ ਕਿਤਕ ਵਿਖਿਆ ਧਰ ਧੀਰਾ, ਕੁਝ ਕੁ ਸਮੇਂ ਬਾਅਦ ਧੀਰਜ ਧਰਿਆ ਹੈ। ਪਰਕਰਮਾ ਫਿਰੈ ਗਹੀਰਾ, ਫਿਰ ਗਹੀਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਹੈ। ਕਰ ਚਤੁਰ ਬਾਰ ਹਰਿਮੰਦਰ, 4 ਵਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਸੰਗਤ ਜੀ ਹੁਣ ਤਾਂ ਇੱਕ ਪਰਿਕਰਮਾ ਕਰਨ ਲੱਗਿਆਂ ਉਹਦੇ ਉੱਤੇ ਵੀ ਕਈ ਬੁੱਧੀਜੀਵ ਤਰਕਾਂ ਕਰਦੇ ਨੇ ਜੀ ਪਰਿਕਰਮਾ ਦੇ ਨਾਲ ਕੀ ਹੁੰਦਾ ਹੈ। ਪਰ ਪਰਿਕਰਮਾ ਦਾ ਭਾਵ ਹੁੰਦਾ ਹੈ ਕਿ ਸਤਿਗੁਰਾਂ ਤੋਂ ਆਪਾਂ ਆਪਣਾ ਤਨ ਮਨ ਧਨ ਵਾਰਦੇ ਹਾਂ, ਕੁਰਬਾਨ ਕਰਦੇ ਹਾਂ। ਗੁਰੂ ਸਾਹਿਬ ਆਪ ਪਰਿਕਰਮਾ ਕਰਦੇ ਰਹੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ 4 ਪਰਿਕਰਮਾ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਅੰਦਰਲੀਆਂ ਜਿਹੜੀਆਂ ਪਰਿਕਰਮਾ ਉਹ ਕੀਤੀਆਂ ਹਨ। ਪਰ ਬੈਠ ਬਿਰਾਜੇ ਅੰਦਰ, ਫਿਰ ਸਤਿਗੁਰੂ ਜੀ ਪਰਿਕਰਮਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜ ਗਏ, ਬੈਠ ਗਏ ਹਨ। ਤਿਤ ਕਿਤਕ ਕਾਲ ਦਰਸਾਈ, ਕੁਝ ਕੁ ਸਮਾਂ ਸਤਿਗੁਰੂ ਜੀ ਨੇ ਅੰਦਰ ਬੈਠ ਕੇ ਦਰਸ਼ਨ ਕੀਤੇ ਨੇ। ਪੁਨ ਉਠ ਕਰ ਬਾਹਰ ਆਏ, ਫਿਰ ਸਤਿਗੁਰੂ ਜੀ ਦਰਸ਼ਨ ਕਰਨ ਤੋਂ ਬਾਅਦ ਉੱਠ ਕੇ ਬਾਹਰ ਆਏ ਨੇ। ਇਹ ਨੇਮ ਸਤਿਗੁਰੂ ਜੀ ਦਾ ਰੋਜ਼ ਦਾ ਸੀ। ਹਰ ਰੋਜ਼ ਪਹਿਰ ਰਾਤ ਰਹਿੰਦਿਆਂ ਉੱਠਣਾ, ਇਸ਼ਨਾਨ ਕਰਨਾ, ਸਮਾਧੀ ਸਥਿਤ ਹੋ ਜਾਣਾ, ਫਿਰ ਉੱਠ ਕੇ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਹਰਿਮੰਦਰ ਸਾਹਿਬ ਦੀਆਂ 4 ਪਰਿਕਰਮਾ ਕਰਨੀਆਂ। ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਕੁਝ ਸਮਾਂ ਦਰਸ਼ਨ ਕਰਨਾ। ਆਸਾ ਦੀ ਵਾਰ ਦਾ ਕੀਰਤਨ ਜਿਹੜਾ ਸੀ ਉਹ ਹੁੰਦਾ ਸੀ, ਕਿਉਂਕਿ ਪ੍ਰਕਾਸ਼ ਬਾਅਦ ਵਿੱਚ ਹੋਇਆ। ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਜਿਸ ਸਮੇਂ ਪ੍ਰਕਾਸ਼ ਹੋਇਆ ਜਾਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਕਰਵਾਇਆ, ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਇਆ, ਪਹਿਲਾਂ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ ਸੀ। ਇਹ ਪਹਿਲਾਂ ਤੋਂ ਹੀ ਸਤਿਗੁਰੂ ਜੀ ਨੇ ਨੇਮ ਬਣਾਇਆ ਸੀ। ਮਹਾਰਾਜ ਨੇ ਆਪ ਦਰਸ਼ਨ ਕੀਤੇ ਨੇ। ਕੁਝ ਸਮੇਂ ਬਾਅਦ ਸਤਿਗੁਰੂ ਉੱਠੇ ਹਨ। ਕਰ ਨਮੋ ਸੇਤਪੁਰ ਚਾਲੇ, ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਫਿਰ ਸਤਿਗੁਰੂ ਜੀ ਸੇਤ ਨਾਮ ਹੈ ਪੁਲ ਦਾ, ਤੇ ਅੱਜ ਵੀ ਆਪਾਂ ਪੁਲ ਦੇਖਦੇ ਹਾਂ ਤੇ ਪੁਲ ਰਾਹੀਂ ਅੰਦਰ ਜਾਂਦੇ ਹਾਂ। ਜਦੋਂ ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਜੀ ਨੇ ਪਾਵਨ ਸਰੋਵਰ ਬਣਾਇਆ ਤੇ ਸਥਾਨ ਦਾ ਨਕਸ਼ਾ ਜਿਹੜਾ ਸੀ ਇਹ ਆਪ ਸਾਰਾ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਇਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਤਰ੍ਹਾਂ ਫਿਰ ਇਹਦੀ ਉਸਾਰੀ ਕਰਵਾਈ।
ਮਹਾਰਾਜ ਇਸ ਪੁਲ ਰਾਹੀਂ ਬਾਹਰ ਆਏ ਹਨ। ਦਰਸ਼ਨੀ ਜੇ ਪੌਰ ਵਿਸਾਲੇ, ਜਿੱਥੇ ਸੰਗਤ ਜੀ ਦਰਸ਼ਨੀ ਡਿਉਢੀ ਹੈ, ਇੱਥੇ ਸਤਿਗੁਰੂ ਜੀ ਪਹੁੰਚੇ ਹਨ। ਤੈ ਫਿਰ ਕਰ ਠਾਂਡੇ ਹੋਇਆ ਕੇ, ਫਿਰ ਸਤਿਗੁਰੂ ਜੀ ਹਰਿਮੰਦਰ ਸਾਹਿਬ ਵੱਲ ਮੁਖ ਕੀਤਾ ਏ ਤੇ ਦਰਸ਼ਨੀ ਡਿਉਢੀ ਆ ਖਲੋਤੇ ਹਨ। ਹਰਿਮੰਦਰ ਦਿਸਾ ਚਿਤਾ ਕਾ, ਆਪਣਾ ਜਿਹੜਾ ਧਿਆਨ ਸੀ ਹਰਿਮੰਦਰ ਸਾਹਿਬ ਵੱਲ ਕਰਕੇ ਚਿੱਤ ਵਿੱਚ ਅਸਥਾਨ ਨੂੰ ਵਸਾ ਕੇ ਕਰ ਬੰਧਨ ਪ੍ਰੇਮ ਸਮੇਤਾ, ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੇ ਫਿਰ ਦਰਸ਼ਨੀ ਡਿਉਢੀ ਤੋਂ ਨਮਸਕਾਰ ਕੀਤੀ। ਅੱਜ ਵੀ ਭਾਵਨਾ ਵਾਲੀ ਸੰਗਤ ਆਉਂਦੀ ਹੈ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਪੁਲ ਰਾਹੀਂ ਬਾਹਰ ਜਾਣਾ, ਤੇ ਜਿੱਥੇ ਦਰਵਾਜ਼ਾ ਹੈ ਦਰਸ਼ਨੀ ਡਿਉਢੀ ਹੈ। ਹੁਣ ਤਾਂ ਸੰਗਤ ਦਾ ਇਕੱਠ ਜ਼ਿਆਦਾ, ਸੰਗਤ ਦੀ ਗਿਣਤੀ, ਤੇ ਦੂਸਰੇ ਰਸਤਿਓਂ ਬਾਹਰ ਜਾਂਦੇ ਨੇ, ਪਰ ਉੱਥੇ ਗੁਰੂ ਕੇ ਸਿੱਖ ਫਿਰ ਗੁਰੂ ਰਾਮਦਾਸ ਜੀ ਦੇ ਦਰ ਵੱਲ ਆਪਣਾ ਮੁੱਖ ਕਰਕੇ ਹਰਿਮੰਦਰ ਸਾਹਿਬ ਵੱਲ ਮੁੱਖ ਕਰਕੇ ਨਮਸਕਾਰ ਕਰਦੇ। ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਰਸ਼ਨੀ ਡਿਉਢੀ ਆ ਕੇ ਆਪਣਾ ਮੁੱਖ ਹਰਿਮੰਦਰ ਸਾਹਿਬ ਵੱਲ ਕੀਤਾ, ਫਿਰ ਨਮਸਕਾਰ ਕੀਤੀ ਹੈ। ਪੁਨ ਸਰ ਪਰ ਕਰਮਾ ਹੇਤਾ, ਫਿਰ ਸਤਿਗੁਰੂ ਜੀ ਸਰੋਵਰ ਦੀਆਂ ਵੱਡੀਆਂ ਪਰਿਕਰਮਾ ਕਰਨ ਦੇ ਲਈ ਗੁਰ ਗਮਨੈ ਮੰਦਿ ਮੰਦੀ, ਸਤਿਗੁਰੂ ਜੀ ਹੌਲੀ ਹੌਲੀ ਚੱਲ ਪਏ ਹਨ। ਦੇ ਦਰਸ਼ਨ ਦਾਸ ਆਨੰਦੀ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਸੇਵਕ ਆਨੰਦ ਲੈਂਦੇ। ਸੰਗਤ ਜੀ ਹਲੇ ਤਾਂ ਕਿਤੇ ਇੱਕ ਪਰਿਕਰਮਾ ਕਰਨੀ ਪਵੇ ਤਾਂ ਔਖੀ ਲੱਗਦੀ, ਪਰ ਸਤਿਗੁਰੂ ਜੀ ਆਪ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਪੂਰੀਆਂ ਕੀਤੀਆਂ। ਫਿਰ ਮਹਾਰਾਜ ਜੀ ਨੇ ਸਰੋਵਰ ਦੀਆਂ ਉੱਪਰੋਂ ਵੱਡੀਆਂ ਪਰਿਕਰਮਾ ਜਿਹੜੀਆਂ ਗੁਰੂ ਰਾਮਦਾਸ ਜੀ ਦੇ ਦਰਬਾਰ ਦੀਆਂ ਕੀਤੀਆਂ। ਹੌਲੀ ਹੌਲੀ ਸਤਿਗੁਰੂ ਪਰਿਕਰਮਾ 'ਚ ਚੱਲ ਪਏ ਨੇ। ਜਿਹੜੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਆਨੰਦ ਲੈਂਦੇ ਹਨ। ਜਹ ਝੂਲਤ ਦੀਹ ਨਿਸ਼ਾਨਾ, ਜਿੱਥੇ ਸੋਹਣੇ ਨਿਸ਼ਾਨ ਝੂਲ ਰਹੇ ਸਨ, ਕਰਨਮੋ ਚਲੇ ਅਗਵਾਨਾ, ਤੇ ਸੋਹਣੇ ਨਿਸ਼ਾਨ ਜਿਹੜੇ ਹਨ ਉਹ ਗੁਰੂ ਦੇ ਦਰਬਾਰ ਨੂੰ ਦਰਸਾਉਂਦੇ ਨੇ ਕਿ ਇੱਥੇ ਪਾਤਸ਼ਾਹ ਜੀ ਦਾ ਸਥਾਨ ਹੈ, ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਦਾ ਉਹ ਪਾਵਨ ਅਸਥਾਨ ਦਰਸਾਉਣ ਵਾਲੇ ਨਿਸ਼ਾਨ ਜਿਹੜੇ ਨੇ ਉਹਨਾਂ ਨੂੰ ਵੀ ਸਿਰ ਝੁਕਾ ਕੇ ਅੱਗੇ ਚੱਲ ਪਏ ਹਨ। ਮੁਖ ਉੱਤਰ ਦਿਸ਼ ਕਰ ਜਾਏ, ਆਪਣਾ ਜਿਹੜਾ ਮੁਖ ਹੈ ਉੱਤਰ ਦੀ ਦਿਸ਼ਾ ਵੱਲ ਕੀਤਾ ਹੈ। ਸਿਰ ਬਾਇਥ ਕੌਣ ਨਵਾਏ, ਫਿਰ ਮਹਾਰਾਜ ਜੀ ਨੇ ਜਿਹੜੇ ਕੋਣ ਹੈ ਜਿਹੜੀ ਉੱਤਰ ਤੇ ਪੱਛਮ ਦੀ ਕੋਣ ਉਧਰ ਹੋ ਕੇ ਚੱਲੇ ਹਨ। ਪੁਨ ਪੂਰਬ ਮੁਖ ਕਰ ਚਾਲੇ, ਫਿਰ ਆਪਣਾ ਮੁਖ ਸਤਿਗੁਰੂ ਜੀ ਨੇ ਪੂਰਬ ਵੱਲ ਕਰ ਲਿਆ। ਇਉਂ ਪੂਰੀਆਂ ਪਰਿਕਰਮਾ ਸਤਿਗੁਰੂ ਜੀ ਕਰ ਰਹੇ ਨੇ ਸਰੋਵਰ ਦੀਆਂ। ਸਿੱਖ ਬ੍ਰਿੰਦਵ ਗਮਨ ਕਰ ਨਾਲੀ, ਬਹੁਤੇ ਸਿੱਖ ਸਤਿਗੁਰੂ ਜੀ ਦੇ ਨਾਲ ਚੱਲ ਰਹੇ ਹਨ। ਤਹ ਇੱਕ ਦਿਜ ਦੇਖਿਓ ਐਸਾ, ਪਰਿਕਰਮਾ ਕਰਦਿਆਂ ਕਰਦਿਆਂ ਸਰੋਵਰ ਦੀਆਂ ਇੱਕ ਦਿਜ ਨਾਮ ਹੈ ਬ੍ਰਾਹਮਣ ਦਾ, ਇੱਕ ਬ੍ਰਾਹਮਣ ਜਿਹੜਾ ਸੀ ਉਹ ਪਰਿਕਰਮਾ ਵਿੱਚ ਦੇਖਿਆ ਹੈ। ਸਰਸੁਦਾ ਤੀਰ ਪਰ ਬੈਸਾ, ਪਾਵਨ ਸਰੋਵਰ ਸੀ, ਇਹਦੇ ਵਿੱਚ ਰਮਣੀਕ ਜਲ ਹੈ। ਇਸ ਰਮਣੀਕ ਜਲ ਦੇ ਕੰਢੇ ਦੇ ਉੱਤੇ ਬੈਠਾ ਸੀ। ਤਰ ਆਗਿਆ ਸਾਲ ਗ੍ਰਾਮੂ, ਉਸ ਬ੍ਰਾਹਮਣ ਨੇ ਆਪਣੇ ਅੱਗੇ ਇੱਕ ਸਾਲਗ੍ਰਾਮ ਰੱਖਿਆ ਹੈ, ਜਿਸ ਨੂੰ ਬ੍ਰਾਹਮਣ ਲੋਕ ਆਪਣੇ ਕੋਲ ਹੀ ਰੱਖਦੇ ਸਨ, ਰੱਖਦੇ ਵੀ ਹਨ, ਤੇ ਉਹ ਸਾਲਗ੍ਰਾਮ ਦੀ ਪੂਜਾ ਕਰਦੇ ਨੇ। ਪੱਥਰ ਜਿਹੜਾ ਹੁੰਦਾ ਹੈ ਪੱਥਰ ਦੇ ਆਕਾਰ ਵਰਗਾ, ਸੋ ਉਹ ਸਾਲਗ੍ਰਾਮ ਜਿਹੜਾ ਸੀ ਉਹ ਪੰਡਤ ਨੇ ਬ੍ਰਾਹਮਣ ਨੇ ਆਪਣੇ ਅੱਗੇ ਰੱਖਿਆ ਹੋਇਆ ਸੀ। ਬਹੁ ਭਾਂਤ ਕਰਤ ਪ੍ਰਨਾਮੂ, ਉਸ ਸਾਲਗ੍ਰਾਮ ਨੂੰ ਬੜੇ ਤਰ੍ਹਾਂ ਦੀਆਂ ਉਹਨੂੰ ਨਮਸਕਾਰਾਂ ਕਰਦਾ ਸੀ। ਕਸ ਚੰਦਨ ਕੋ ਚਰਚਾਨਾ, ਤੇ ਚੰਦਨ ਜਿਹੜਾ ਸੀ ਉਹਨੂੰ ਘਸਾਰਿਆ ਸੀ। ਇੱਕ ਘੰਟਾ ਧਰਿਓ ਮਹਾਨਾ, ਇੱਕ ਘੰਟੀ ਜਿਹੜੀ ਸੀ ਵੱਡੀ ਉਹ ਵੀ ਸਾਲਗ੍ਰਾਮ ਦੇ ਲਾਗੇ ਰੱਖੀ ਸੀ। ਪਾਟੰਬਰ ਉਪਰ ਪੀਤਾ, ਉਸ ਸਾਲਗ੍ਰਾਮ ਦੇ ਉੱਪਰ ਪੀਲੇ ਰੰਗ ਦਾ ਕੱਪੜਾ ਪਾਇਆ ਸੀ। ਦਿਜ ਬੈਠਿਓ ਥਿਤ ਨਹਿ ਚੀਤਾ, ਬੈਠਾ ਤਾਂ ਸੀ ਤੇ ਨਮਸਕਾਰਾਂ ਵੀ ਕਰਦਾ। ਸਾਲਗ੍ਰਾਮ ਅੱਗੇ ਰੱਖਿਆ, ਘੰਟੀ ਵੀ ਰੱਖੀ, ਚੰਦਨ ਦਾ ਛਿੜਕਾਅ ਕੀਤਾ ਹੋਇਆ, ਪੀਲਾ ਕੱਪੜਾ ਉੱਪਰ ਪਾਇਆ ਹੈ। ਸੁਰਤ ਨੂੰ ਜੋੜਨ ਦਾ ਅੱਖਾਂ ਤੇ ਬੰਦ ਕੀਤੀਆਂ ਨੇ, ਪਰ ਅੰਦਰ ਦਾ ਟਿਕਾ ਨਹੀਂ ਸੀ, ਚਿੱਤ ਟਿਕਿਆ ਹੋਇਆ ਨਹੀਂ ਸੀ। ਘਰ ਕਾਰਜ ਚਿਤਵ ਅਨੇਕਾ, ਸਰੀਰ ਕਰਕੇ ਇੱਥੇ ਬੈਠਾ ਸੀ, ਸਾਲਗ੍ਰਾਮ ਦੀ ਪੂਜਾ ਕਰਦਾ ਹੈ, ਪਰ ਘਰ ਦੇ ਕੰਮਾਂ ਦੇ ਵਿੱਚ ਚਿੱਤ ਜੁੜਿਆ ਹੋਇਆ ਸੀ। ਜਿਸ ਤਰ੍ਹਾਂ ਕਈ ਵਾਰੀ ਸਾਡੇ ਨਾਲ ਵੀ ਹੋ ਜਾਂਦਾ ਹੈ ਨਾ, ਸਰੀਰ ਕਰਕੇ ਬੈਠ ਜਾਣਾ ਸੰਗਤ ਵਿੱਚ ਤੇ ਸੁਰਤ ਕਰਕੇ ਕਿਤੇ ਹੋਰ ਤੁਰੇ ਫਿਰਨਾ। ਬੈਠਾ ਤੇ ਸੀ ਪੂਜਾ ਕਰ ਰਿਹਾ, ਪਰ ਚਿੱਤ ਉਹਦਾ ਇਕਾਗਰ ਨਹੀਂ ਸੀ। ਔਰ ਤ੍ਰਿਸ਼ਨਾ ਧਨ ਕੀ ਏਕਾ, ਚਿੱਤ ਦੇ ਵਿੱਚ ਧਨ ਇਕੱਠਾ ਕਰਨ ਦੀ ਬਹੁਤ ਇੱਛਾ ਸੀ। ਬੜ ਰਚਿਓ ਪਖੰਡ ਮਝਾਰੀ, ਪਰ ਬਾਹਰ ਜੋ ਦਿਖਾਵਾ ਕਰ ਰਿਹਾ ਸੀ, ਪਖੰਡ ਕਰ ਰਿਹਾ ਸੀ। ਬਕ ਧਿਆਨ ਲਗਾਵਤ ਤਾਰੀ, ਬਗਲੇ ਵਰਗਾ ਧਿਆਨ ਜਿਹੜਾ ਸੀ ਤਾੜੀ ਲਾ ਕੇ ਸਮਾਧੀ ਲਾ ਕੇ ਬੈਠਾ ਸੀ। ਤਹ ਪਿਖ ਗੁਰ ਗਏ ਅਗਾਰੀ, ਸਤਿਗੁਰੂ ਜੀ ਨੇ ਉਸ ਨੂੰ ਬੈਠਿਆਂ ਨੂੰ ਦੇਖਿਆ। ਮਹਾਰਾਜ ਪਰਿਕਰਮਾ ਕਰ ਰਹੇ ਸਨ, ਕਿਉਂਕਿ ਅੱਜ ਵਾਂਗੂ ਤਾਂ ਇਹਨਾਂ ਜਿਹੜਾ ਸੀ ਉਹ ਬੰਦ ਨਹੀਂ ਸੀ, ਖੁੱਲ੍ਹਾ ਸਥਾਨ ਹੋਵੇਗਾ। ਤੇ ਬਾਹਰੋਂ ਚੱਲ ਕੇ ਆ ਗਿਆ, ਸੋਹਣੇ ਜਲ ਦਾ ਕੰਢਾ ਦੇਖਿਆ ਤੇ ਬੈਠ ਕੇ ਸਾਲਗ੍ਰਾਮ ਦੀ ਪੂਜਾ ਕਰਨ ਲੱਗਾ।
ਗੁਰੂ ਅਰਜਨ ਦੇਵ ਸਾਹਿਬ ਪਰਿਕਰਮਾ ਕਰ ਰਹੇ ਸੀ। ਮਹਾਰਾਜ ਨੇ ਇਹਨੂੰ ਬੈਠਿਆਂ ਨੂੰ ਦੇਖਿਆ, ਬਕ ਧਿਆਨ ਲਗਾਇਓ ਤੇ ਬਗਲੇ ਵੱਤ ਸਮਾਧੀ ਵੀ ਲਾਈ ਹੋਈ ਹੈ, ਪਰ ਸੁਰਤ ਦੀ ਇਕਾਗਰਤਾ ਨਹੀਂ। ਘਰ ਦੇ ਕੰਮਾਂ ਦੇ ਵਿੱਚ ਸੁਰਤ ਭਟਕ ਰਹੀ ਸੀ, ਕਿੱਥੋਂ ਧਨ ਆਉਣਾ ਹੈ, ਕਿਸ ਤਰ੍ਹਾਂ ਕਮਾਈ ਕਰਨੀ ਹੈ। ਮਹਾਰਾਜ ਨੇ ਉਹਦੇ ਵੱਲ ਦੇਖਿਆ, ਪਰਿਕਰਮਾ ਕਰਦਿਆਂ ਸਤਿਗੁਰੂ ਅੱਗੇ ਚੱਲ ਪਏ ਹਨ। ਦਿਜ ਉਰਮੈ ਤਬ ਰਿਸ ਧਾਰੀ। ਉਸ ਸਮੇਂ ਜਿਹੜਾ ਬ੍ਰਾਹਮਣ ਬੈਠਾ ਸੀ ਸਾਲਗ੍ਰਾਮ ਦੀ ਪੂਜਾ ਕਰ ਰਿਹਾ, ਉਹਦੇ ਮਨ ਵਿੱਚ ਗੁੱਸਾ ਆ ਗਿਆ। ਨਹਿ ਠਾਕੁਰ ਦਿਸ਼ ਕਰ ਬੰਦੀ। ਗੁੱਸਾ ਕਿਹੜੀ ਗੱਲ ਦਾ ਆਇਆ ਕਿ ਮੈਂ ਸਾਲਗ੍ਰਾਮ ਇੱਥੇ ਰੱਖਿਆ ਹੈ, ਤੇ ਜਿਹੜਾ ਆਮ ਬੰਦਾ ਹੁੰਦਾ ਹੈ ਤੇ ਉਹ ਦੇਖ ਕੇ ਸਾਲਗ੍ਰਾਮ ਜਾਂ ਮੈਨੂੰ ਪੂਜਾ ਕਰਦਿਆਂ ਨੂੰ ਦੇਖ ਕੇ ਕੋਈ ਨਮਸਕਾਰ ਕਰ ਜਾਵੇ, ਪਰ ਗੁਰੂ ਅਰਜਨ ਦੇਵ ਸਾਹਿਬ ਆਏ ਤੇ ਸਿੱਧੇ ਲੰਘ ਗਏ ਨੇ। ਇਸ ਗੱਲ ਦਾ ਮਨ ਵਿੱਚ ਗੁੱਸਾ ਆਇਆ ਕਿ ਸਾਲਗ੍ਰਾਮ ਨੂੰ ਇਹਨਾਂ ਨੇ ਨਮਸਕਾਰ ਨਹੀਂ ਕੀਤੀ। ਨੈ ਮੋਹਿ ਨਿਮ ਕੀਨ ਆਨੰਦੀ। ਫਿਰ ਮੈਂ ਬ੍ਰਾਹਮਣ, ਉੱਚੀ ਜਾਤੀ ਹੈ, ਜਦੋਂ ਵੀ ਕੋਈ ਬ੍ਰਾਹਮਣ ਨੂੰ ਦੇਖਦਾ ਸਿਰ ਝੁਕਾਉਂਦਾ ਹੈ, ਨਮਸਕਾਰ ਕਰਦਾ ਹੈ। ਨਾ ਮੈਨੂੰ ਉੱਚੀ ਜਾਤੀ ਜਾਣ ਕੇ ਮੱਥਾ ਟੇਕਿਆ ਤੇ ਨਾ ਸਾਲਗ੍ਰਾਮ ਨੂੰ ਇਹਨਾਂ ਨੇ ਸਿਰ ਨਵਾਇਆ ਹੈ। ਹੋਏ ਨਿਕਟ ਗਏ ਪੁਨ ਆਗੇ। ਫਿਰ ਸਤਿਗੁਰੂ ਜੀ ਅੱਗੇ ਗਏ ਹਨ। ਤਿਮ ਸਿੱਖ ਸਕਲ ਸੰਗ ਲਾਗੀ। ਸਾਰੀਆਂ ਸਿੱਖ ਸੰਗਤਾਂ ਜਿਸ ਤਰ੍ਹਾਂ ਪਾਤਸ਼ਾਹ ਗਏ ਉਸੇ ਤਰ੍ਹਾਂ ਸਿੱਖ ਵੀ ਮਗਰ ਤੁਰੇ ਨੇ, ਕਿਉਂਕਿ ਗੁਰੂ ਕੇ ਸਿੱਖ ਜਿਹੜੇ ਨੇ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਦੇ ਨੇ। ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ, ਗੁਰੂ ਕਾ ਸਿੱਖ ਤਾਂ ਉਹੀ ਹੈ ਨਾ ਕਿ ਸਿੱਖ ਤੋਂ ਭਾਵ ਹੈ ਕਿ ਗੁਰੂ ਤੋਂ ਸਿੱਖਿਆ ਲੈਣ ਵਾਲਾ। ਉਹੀ ਸਿੱਖ ਹੈ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਉਹ ਸਿੱਖ ਬਣੇ। ਇਉਂ ਕਹਿਣ ਨੂੰ ਤਾਂ ਹਰੇਕ ਬੰਦਾ ਕਹਿ ਲੈਂਦਾ ਮੈਂ ਸਿੱਖ, ਮੈਂ ਸਿੰਘ, ਮੈਂ ਖਾਲਸਾ, ਕਹਿਣਾ ਸੌਖਾ ਹੈ, ਪਰ ਗੁਣਾਂ ਨੂੰ ਧਾਰਨ ਕਰਨਾ ਇਹ ਕਠਿਨ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ 33 ਸਵਈਆਂ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਡੈਫੀਨੇਸ਼ਨ ਦਿੱਤੀ ਹੈ। ਖਾਲਸੇ ਦੇ ਅਰਥ ਕੀਤੇ ਨੇ, ਖਾਲਸਾ ਕੌਣ ਹੈ? ਜਾਗਤ ਜੋਤ ਜਪੈ ਨੇ ਸਬਾਸੁਰ, ਏਕ ਬਿਨਾ ਮਨ ਨੈਕ ਨਾਨ। ਇੱਕ ਤੋਂ ਬਿਨਾ ਮਨ ਵਿੱਚ ਕਿਸੇ ਹੋਰ ਨੂੰ ਥਾਂ ਨਹੀਂ ਦਿੰਦਾ। ਇੱਕ ਕੌਣ? ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇੱਕ ਕੌਣ? ਜਾਗਤ ਜੋਤ ਜਪੈ ਨੇ ਸਬਾਸੁਰ। ਜੜ ਦੀ ਪੂਜਾ ਨਹੀਂ ਕਰਦਾ, ਇਹ ਪੱਥਰਾਂ ਦਾ ਉਪਾਸ਼ਕ ਨਹੀਂ ਹੈ, ਰੁੱਖਾਂ ਦਾ ਉਪਾਸ਼ਕ ਨਹੀਂ। ਪਾਣੀ, ਅਗਨੀ, ਵਾਯੂ, ਇਹ ਸਾਰਾ ਕੁਝ, ਸੂਰਜ, ਚੰਦਰਮਾ, ਇਹ ਪ੍ਰਮਾਤਮਾ ਦੇ ਬਣਾਏ ਹੋਏ ਤੱਤ ਹਨ। ਇਹ ਤੱਤਾਂ ਦਾ ਪੁਜਾਰੀ ਨਹੀਂ। ਜਿਹੜੀ ਦੇ ਵਿੱਚ ਜੋਤ ਹੈ, ਨਮੋ ਸੂਰਜ ਸੂਰਜੇ, ਨਮਸਕਾਰ ਹੈ ਜਿਹੜਾ ਸੂਰਜ ਵਿੱਚ ਸੂਰਜ ਰੂਪ ਹੋ ਕੇ ਬੈਠਾ, ਉਹ ਕੌਣ ਹੈ? ਉਹ ਪ੍ਰਮਾਤਮਾ ਵਾਹਿਗੁਰੂ ਤੂੰ ਆਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਜੇ ਇੱਕ ਨੂੰ ਮੱਥਾ ਟੇਕਿਆ ਤੇ ਬਾਕੀਆਂ ਵਿੱਚ ਕਿਹਦੀ ਜੋਤ ਹੈ ਜੀ? ਕਿ ਬਾਕੀਆਂ ਵਿੱਚ ਪਰਮਾਤਮਾ ਨਹੀਂ? ਸਿੱਖਿਆ ਤਾਂ ਇਹ ਦੇ ਰਹੇ ਹੋ ਕਿ ਉਹ ਕਣ ਕਣ ਵਿੱਚ ਵੱਸਦਾ ਹੈ, ਤੇ ਜੇ ਉਹ ਕਣ ਕਣ ਵਿੱਚ ਵੱਸ ਰਿਹਾ ਤੇ ਫਿਰ ਸਾਰਿਆਂ ਦਾ ਅਦਬ ਕਰੋ। ਇੱਕ ਜਾਨਵਰ ਵਿਸ਼ੇਸ਼ ਕਰਕੇ ਲੈਣਾ, ਉਹਦੀ ਪੂਜਾ ਕਰਨੀ, ਬਾਕੀਆਂ ਦੀ ਬਲੀ ਉਹਦੇ ਅੱਗੇ ਲਿਆ ਕੇ ਦੇਣੀ, ਕਿੱਥੋਂ ਦਾ ਧਰਮ ਹੋਇਆ? ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਸਾਰਿਆਂ ਵਿੱਚ ਰੱਬੀ ਜੋਤ ਜਾਣ ਕੇ ਸਾਰੀ ਮਨੁੱਖਤਾ ਦਾ ਸਤਿਕਾਰ ਕਰੋ। ਧਰਮ ਕਰਕੇ, ਜਾਤਾਂ ਕਰਕੇ, ਪਹਿਰਾਵਿਆਂ ਕਰਕੇ ਨਫ਼ਰਤ ਨਾ ਫੈਲਾਓ। ਧਰਮ ਦੇ ਨਾਂ ਦੇ ਉੱਤੇ ਕਿਉਂ ਨਫ਼ਰਤ ਕਰ ਰਹੇ ਹੋ? ਮੈਂ ਧਰਮੀ, ਇਹਦਾ ਧਰਮ ਮਾੜਾ ਹੈ, ਫਲਾਣੇ ਧਰਮ ਵਾਲਾ, ਇਹਨੂੰ ਮੈਂ ਦੇਖਣਾ ਨਹੀਂ ਚਾਹੁੰਦਾ, ਇਹਦਾ ਪਰਛਾਵਾਂ ਮੇਰੇ ਤੇ ਪੈ ਗਿਆ। ਇਹ ਚੀਜ਼ਾਂ, ਇਹ ਕਰਮ ਕਾਂਡਾਂ ਤੋਂ ਮਹਾਰਾਜ ਨੇ ਸਾਨੂੰ ਬਾਹਰ ਕੱਢਿਆ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਅੱਗੇ ਗਏ ਨੇ ਤੇ ਹੁਣ ਸਿੱਖਾਂ ਨੇ ਕੀ ਕਰਨਾ ਸੀ? ਇਹ ਨਹੀਂ ਕਿ ਗੁਰੂ ਸਿੱਧਾ ਜਾ ਰਿਹਾ ਤੇ ਸਿੱਖ ਝੁਕ ਕੇ ਨਮਸਕਾਰ ਕਰ ਰਿਹਾ ਕਵੇ ਮੈਂ ਸਿੱਖ। ਮਹਾਰਾਜ ਕਹਿੰਦੇ ਨਹੀਂ, ਸਿੱਖ ਉਹ ਜਿਹੜਾ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲ ਰਿਹਾ। ਗੁਰੂ ਸਾਹਿਬ ਸਿੱਧੇ ਚਲੇ ਗਏ, ਸਿੱਖ ਜਿਹੜੇ ਸਨ ਉਹ ਵੀ ਸਤਿਗੁਰਾਂ ਦੇ ਪਿੱਛੇ ਗਏ ਹਨ। ਸਨਮਾਨ ਨਾ ਰਾਖਿਓ ਮੋਰਾ। ਇਸ ਬ੍ਰਾਹਮਣ ਦੇ ਮਨ ਵਿੱਚ ਬੜਾ ਗੁੱਸਾ ਆਇਆ ਕਿ ਨਾ ਗੁਰੂ ਸਾਹਿਬ ਨੇ ਇਹਨੂੰ ਮੱਥਾ ਟੇਕਿਆ, ਮੈਨੂੰ ਮੱਥਾ ਨਹੀਂ ਟੇਕਿਆ, ਨਾ ਇਹਨਾਂ ਦੇ ਸਿੱਖਾਂ ਨੇ ਮੇਰਾ ਸਨਮਾਨ ਰੱਖਿਆ ਹੈ। ਨਾ ਦੇਖਿਓ ਠਾਕੁਰ ਓਰਾ। ਮੱਥੇ ਦੀ ਤਾਂ ਗੱਲ ਵੱਖਰੀ ਰਹੀ, ਇਹਨਾਂ ਨੇ ਤਾਂ ਦੇਖਿਆ ਵੀ ਨਹੀਂ, ਇੱਧਰ ਧਿਆਨ ਵੀ ਨਹੀਂ ਦਿੱਤਾ। ਇਹ ਗੁਰੂ ਕਲਗੀਧਰ ਸਾਹਿਬ ਨੇ ਫਿਰ ਬਚਨ ਦ੍ਰਿੜ ਕਰਵਾਏ ਨੇ ਨਾ ਕਿ ਮਨ ਨੈਕ ਨਾ ਹੈ। ਨੈਕ ਤੋਂ ਭਾਵ ਥੋੜ੍ਹਾ ਜਿੰਨਾ ਵੀ ਆਪਣੇ ਮਨ ਵਿੱਚ ਕਿਸੇ ਨੂੰ ਇਸ਼ਟ ਦੀ ਜਗ੍ਹਾ ਨਹੀਂ ਦਿੰਦਾ। ਸਤਿਕਾਰ ਸਾਰਿਆਂ ਦਾ, ਜਿੰਨਾ ਤੁਸੀਂ ਦਿਉਰੇ ਦਾ ਕਰ ਰਹੇ ਹੋ ਉਹਨਾਂ ਗੁਰੂ ਕਲਗੀਧਰ ਸਾਹਿਬ ਕਹਿੰਦੇ ਫਿਰ ਮਸੀਤ ਦਾ ਵੀ ਬਣਦਾ। ਜੇ ਦਿਉਰਾ ਉਹ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ, ਮਨ ਸਭੈ ਏਕ ਪੈ ਅਨੇਕ ਕੋ ਪਰਮਾਉ। ਜੇ ਮੰਦਰ 'ਚ ਬੈਠਾ ਫਿਰ ਮਸੀਤ 'ਚ ਵੀ ਤਾਂ ਬੈਠਾ ਹੈ। ਮੰਦਰ ਦੇ ਨਾਲ ਪ੍ਰੇਮ ਕਰਨ ਵਾਲਿਓ ਮਸੀਤ ਨਾਲ ਨਫ਼ਰਤ ਕਿਉਂ ਕਰ ਰਹੇ? ਉਹ ਵੀ ਰੱਬ ਦਾ, ਖੁਦਾ ਦਾ ਘਰ ਹੈ, ਫਿਰ ਉੱਥੋਂ ਵੀ ਸੰਦੇਸ਼ ਦਿੱਤਾ ਜਾ ਰਿਹਾ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਤਾਈਓ ਤਾਂ ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ ਮਾਨੈ, ਹਿੰਦ ਨਾ ਮਾਨੈ ਤੁਰਕਾ। ਜਿਹੜੇ ਅਵਤਾਰੀ ਪੁਰਖ ਹੋਏ ਉਹ ਧਰਮਾਂ ਦੇ ਵੱਖਰੇ ਵੱਖਰੇ ਹੋਏ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਰਦੰਗ ਰਬਾਬਾ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰਿਆਂ ਨੇ ਗਾਇਆ ਜੀ। ਕਿਸੇ ਨੇ ਪੀਰ ਕਹਿ ਕੇ, ਕਿਸੇ ਨੇ ਬਾਬਾ ਕਹਿ ਕੇ ਉਹਦੀ ਉਸਤਤ ਗਾਇਨ ਕੀਤੀ। ਕਿਉਂ?
ਕਿਉਂਕਿ ਗੁਰੂ ਨਾਨਕ ਸਾਹਿਬ ਦਾ ਦਾਇਰਾ ਵਿਸ਼ਾਲ ਹੈ। ਸਾਰੀ ਮਨੁੱਖਤਾ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਕਲਾਵੇ ਵਿੱਚ ਲਿਆ ਤੇ ਸਿੱਖਾਂ ਨੂੰ ਵੀ ਇਹੋ ਉਪਦੇਸ਼ ਦਿੱਤਾ ਹੈ ਕਿ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰੋ। ਇਸ ਲਈ ਗੁਰੂ ਸਾਹਿਬ ਸਿੱਧੇ ਗਏ ਨੇ ਤੇ ਇਸ ਬ੍ਰਾਹਮਣ ਦੇ ਮਨ ਵਿੱਚ ਬਹੁਤ ਗੁੱਸਾ ਆਇਆ ਕਿ ਮੇਰਾ ਇਹਨਾਂ ਨੇ ਸਤਕਾਰ ਨਹੀਂ ਰੱਖਿਆ, ਨਹ ਦੇਖਿਓ ਠਾਕੁਰ ਔਰਾ, ਨਾ ਹੀ ਮੇਰੇ ਸਾਲਗ੍ਰਾਮ ਦੇ ਵੱਲ ਇਹਨਾਂ ਨੇ ਦੇਖਿਆ, ਧਿਆਨ ਦਿੱਤਾ ਹੈ। ਇਮ ਚਿਤਵਤ ਵਿਪਰ ਵਿਸਾਲਾ, ਇਸ ਤਰ੍ਹਾਂ ਬ੍ਰਾਹਮਣ ਆਪਣੇ ਮਨ ਵਿੱਚ ਸੋਚ ਰਿਹਾ ਸੀ, ਤਪਿਓ ਰਿਸ ਮਤਸਰ ਜਵਾਲਾ, ਬੜੇ ਗੁੱਸੇ ਵਿੱਚ ਹੈ। ਤ੍ਰਿਸ਼ਨਾ ਦੀ ਜਿਹੜੀ ਮਤਸਰ ਹੁੰਦੀ ਈਰਖਾ ਦੀ ਅੱਗ ਵਿੱਚ ਅੰਦਰੋਂ ਸੜ ਗਿਆ। ਪਰ ਕਰਮਾ ਕਰ ਗੁਰ ਸੁਆਮੀ, ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ ਹਰ ਆਪ ਨੇ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਏ ਨੇ। ਮਹਾਰਾਜ ਜੀ ਨੇ ਪਰਿਕਰਮਾ ਪੂਰੀਆਂ ਕੀਤੀਆਂ ਨੇ। ਦਿਜ ਉਰ ਲਖ ਅੰਤਰ ਜਾਮੀ, ਸਤਿਗੁਰਾਂ ਨੇ ਬ੍ਰਾਹਮਣ ਦੇ ਅੰਦਰ ਦੀ ਤਪਸ਼ ਜਿਹੜੀ ਸੀ ਨਾ, ਈਰਖਾ ਦੀ ਅੱਗ ਵਿੱਚ ਇਹਦਾ ਅੰਦਰ ਸੜ ਰਿਹਾ ਸੀ ਬ੍ਰਾਹਮਣ ਦਾ, ਮਹਾਰਾਜ ਨੇ ਇਹਦੇ ਅੰਦਰ ਦੀ ਜਾਣ ਲਈ। ਗੁਰੂ ਦੇ ਦਰ ਜਿਹੜਾ ਵੀ ਚੱਲ ਕੇ ਆਉਂਦਾ ਹੈ ਸਤਿਗੁਰੂ ਅੰਦਰ ਦੀ ਜਾਣਦੇ ਨੇ ਕਿਹੜਾ ਕੀ ਭਾਵਨਾ ਲੈ ਕੇ ਆਇਆ। ਅਰਦਾਸ ਇੱਥੇ ਜਿਸ ਤਰ੍ਹਾਂ ਦੀ ਮਰਜ਼ੀ ਕਰੇ ਬਣਾ ਕੇ, ਪਰ ਗੁਰੂ ਤਾਂ ਉਹ ਹੈ ਜਿਹੜਾ ਤੇਰੇ ਅੰਦਰ ਨੂੰ ਜਾਣਦਾ ਹੈ। ਕਿਉਂਕਿ ਅਰਦਾਸ ਦਾ ਪਹਿਲਾ ਅੱਖਰ ਕਹਿ ਰਿਹਾ ਜਿਹਦੇ ਚਰਨਾਂ ਵਿੱਚ ਆਇਆ ਹੈ ਨਾ ਬੇਨਤੀ ਕਰਨ, ਉਹ ਤੇਰੇ ਅੰਦਰ ਦੀ ਜਾਣਦਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਦੇ ਅੰਦਰ ਦੀ ਜਾਣ ਗਏ। ਫਿਰ ਸਰਵਰ ਕੇ ਚਹੋਰਾ, ਸਤਿਗੁਰੂ ਜੀ ਨੇ ਸਰੋਵਰ ਦੀਆਂ ਪਰਿਕਰਮਾ ਪੂਰੀਆਂ ਕੀਤੀਆਂ ਨੇ। ਹੁਣ ਆਏ ਦਰਸ਼ਨੀ ਪੌਰਾ, ਸਤਿਗੁਰੂ ਜੀ ਦਰਸ਼ਨੀ ਡਿਉਢੀ ਦੇ ਸਾਹਮਣੇ ਆ ਖਲੋਤੇ ਹਨ। ਕਰ ਬੰਧਨ ਬਾਹਰੋਂ ਆਏ, ਫਿਰ ਸਤਿਗੁਰੂ ਜੀ ਨੇ ਪਰਿਕਰਮਾ ਪੂਰੀਆਂ ਕਰਕੇ ਦਰਸ਼ਨੀ ਡਿਉਢੀ ਖਲੋ ਕੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਆਪਣਾ ਸਿਰ ਝੁਕਾਇਆ ਹੈ। ਜਹਦ ਜਿਨੇ ਦੰਬ ਰਚਾਏ, ਜਿੱਥੇ ਉਹ ਬ੍ਰਾਹਮਣ ਬੈਠਾ ਸਾਲਗ੍ਰਾਮ ਰੱਖ ਕੇ ਇੱਕ ਪਖੰਡ ਕਰ ਰਿਹਾ ਸੀ, ਧਰਮ ਦਾ ਖੰਡਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਚੱਲ ਕੇ ਆਏ, ਤਰਲਾ ਇਹ ਲਿਆ, ਵਾਸਤਾ ਇਹ ਪਾਇਆ ਕਿ ਸਾਡਾ ਜਨੇਊ ਬਚਾ ਲਓ, ਮੰਦਰ ਆਬਾਦ ਰਹਿਣ, ਤੇ ਮਹਾਰਾਜ ਤੁਹਾਡੇ ਤੋਂ ਸਿਵਾ ਹੁਣ ਸਾਡੀ ਰੱਖਿਆ ਕੋਈ ਕਰ ਨਹੀਂ ਸਕਦਾ। ਕਿਉਂਕਿ ਦੁਖੀ ਵਿਪਰ ਚੱਲ ਆਏ ਵਿੱਚ ਪੁਰੀ ਆਨੰਦ, ਕਹਿਣ ਲੱਗੇ ਬਾਹੇ ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਆਨੰਦ। ਫਿਰ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀਸ ਉਤਰਵਾਉਣਾ ਇਹ ਉਤਰਵਾ ਸਕਦੇ ਹਾਂ, ਪਰ ਧਰਮ ਨਹੀਂ ਛੱਡ ਸਕਦੇ। ਕਿਸੇ ਦੇ ਧਰਮ ਨੂੰ ਜਬਰੀ ਜ਼ੁਲਮ ਕਰਕੇ ਕਹਿਣਾ ਧਰਮ ਬਦਲ, ਇਹ ਵੀ ਧਰਮੀਆਂ ਵਾਲਾ ਕੰਮ ਨਹੀਂ ਹੈ। ਪਰ ਸਤਿਗੁਰੂ ਜੀ ਨੇ ਸਾਨੂੰ ਪਖੰਡਾਂ ਚੋਂ ਦੂਰ ਰੱਖਿਆ ਕਿ ਅੱਗੇ ਸਾਲਗ੍ਰਾਮ ਰੱਖ ਕੇ ਬੈਠਾ, ਤਿਲਕ ਵੀ ਲਾਏ ਹੋਏ ਨੇ, ਪੂਜਾ ਵੀ ਕਰ ਰਿਹਾ, ਪਰ ਚਿੱਤ ਇਕਾਗਰ ਨਹੀਂ, ਸੁਰਤ ਜੁੜੀ ਹੋਈ ਨਹੀਂ, ਬਾਹਰ ਕੇਵਲ ਲੋਕ ਦਿਖਾਵਾ ਕਰ ਰਿਹਾ। ਨਾ ਹੀ ਰਾਮ ਇਆਨਾ, ਉਹ ਪਰਮੇਸ਼ਰ ਅਣਜਾਣਤਾ ਨਹੀਂ, ਉਹ ਬੱਚਾ ਤਾਂ ਨਹੀਂ। ਬੱਚੇ ਨੂੰ ਆਪਾਂ ਭਰਮਾ ਸਕਦੇ, ਅਣਜਾਣ ਬੰਦੇ ਨੂੰ ਭਰਮਾ ਸਕਦੇ, ਉਹਨੂੰ ਕੀ ਭਰਮਾਵਾਂਗੇ, ਉਹ ਤਾਂ ਸਾਡੇ ਅੰਦਰ ਦੀ ਜਾਣਦਾ। ਸਤਿਗੁਰੂ ਜੀ ਉੱਥੇ ਆ ਗਏ ਜਿੱਥੇ ਪਖੰਡ ਰਚ ਰਿਹਾ ਸੀ। ਸਭ ਸਿੱਖ ਦਾਸ ਸਮੁਦਾਇਆ, ਸਾਰੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਹਨ। ਅਵਲੋਕਿਓ ਵਿਪਰ ਸਮਾਇਆ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆ ਕੇ ਇਸ ਬ੍ਰਾਹਮਣ ਨੂੰ ਦੇਖਿਆ ਜਿਸ ਦਾ ਚਿੱਤ ਜਿਹੜਾ ਸੀ ਮਾਇਆ ਦੀ ਪ੍ਰਾਪਤੀ ਲਈ ਯਤਨ ਕਰ ਰਿਹਾ ਹੈ। ਗਿਣ ਤਿਲਕ ਸੋ ਦੁਆਦਸ ਲਾਏ, ਇਸ ਬ੍ਰਾਹਮਣ ਨੇ ਗਿਣ ਕੇ ਤਿਲਕ ਜਿਹੜੇ ਸੀ 12 ਲਾਏ ਸਨ। ਬ੍ਰਾਹਮਣ 12 ਤਿਲਕ ਲਾਉਂਦੇ ਹਨ, ਡੌਲਿਆਂ ਤੇ, ਛਾਤੀਆਂ ਤੇ, ਮੱਥੇ ਤੇ, ਗੱਲਾਂ ਤੇ, ਇਸ ਤਰ੍ਹਾਂ 12 ਤਿਲਕ ਗਿਣ ਕੇ ਇਸਨੇ ਲਾਏ ਸੀ ਸਰੀਰ ਤੇ। ਵਿੱਚ ਗੋਮੁਖ ਹਾਥ ਉਠਾਏ, ਗਊ ਮੁਖੀ ਜਿਹੜੀ ਸੀ ਮਾਲਾ ਜਿਹੜੀ ਸੀ ਆਪਣੇ ਹੱਥ ਵਿੱਚ ਫੜੀ ਸੀ। ਬੜੇ ਆਸਣ ਤਰੇ ਡਸਾਇਓ, ਵੱਡਾ ਆਸਣ ਲਾ ਕੇ ਥੱਲੇ ਇਸ ਨੇ ਬੈਠਾ ਸੀ ਉਹਦੇ ਤੇ। ਜਦ ਸੰਖ ਸਮਾਜ ਟਿਕਾਇਓ, ਆਪਣਾ ਸੰਖ ਰੱਖਿਆ ਹੋਇਆ, ਹੋਰ ਸਾਜੋ ਸਮਾਨ ਨਾਲ ਰੱਖੇ ਨੇ, ਚੰਦਨ ਦਾ ਛਿੜਕਾ ਕੀਤਾ ਹੈ, ਸਾਲਗ੍ਰਾਮ ਰੱਖਿਆ, ਪੀਲਾ ਬਸਤਰ ਉੱਪਰ ਪਾਇਆ, ਸਰੀਰ ਨੂੰ 12 ਤਿਲਕ ਲਾਏ, ਹੱਥ ਵਿੱਚ ਮਾਲਾ ਫੜੀ ਹੈ। ਗੁਰ ਬੋਲੇ ਪੇਖ ਤੇ ਸਿਉਰੀ, ਇਸ ਦਾ ਭੇਖ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਕਹ ਵਿਪਰ ਕਹਾ ਮਤ ਤੋਰੀ। ਮਹਾਰਾਜ ਕਹਿੰਦੇ ਕਹੋ ਵਿਪਰ ਕਹਾਂ ਮਤ ਤੋਰੀ। ਪੰਡਤ ਜੀ ਦੱਸੋ ਅੰਦਰ ਦੀ ਸੁਰਤ ਕਿੱਧਰ ਭਟਕ ਰਹੀ ਹੈ, ਅੰਦਰ ਦੇ ਖਿਆਲ ਜਿਹੜੇ ਨੇ ਉਹ ਅੰਦਰ ਤੁਹਾਡੇ ਕੀ ਚੱਲ ਰਹੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਜਦੋਂ ਮਹਾਰਾਜ ਸੱਚਖੰਡ ਜਾਂਦੇ ਨੇ, ਫਿਰ ਸਤਿਗੁਰੂ ਸ਼ਮਸ਼ਾਨ ਭੂਮੀ ਵਾਲੇ ਅਸਥਾਨ ਤੇ ਬੈਠੇ, ਬਚਨ ਇਹੋ ਹੀ ਕਹੇ ਸਤਿਗੁਰਾਂ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਉਸ ਵੇਲੇ ਕਾਜੀ ਆਇਆ, ਸੁਣ ਕੇ ਕਹਿਣ ਲੱਗਾ ਨਾਨਕ ਜੇ ਹਿੰਦੂ ਮੁਸਲਮਾਨ ਕੋਈ ਨਹੀਂ ਤੇ ਕੌਣ ਹਨ ਸਾਰੇ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੇ ਵਾਹਿਗੁਰੂ ਦੇ ਬੰਦੇ ਨੇ ਸਾਰੇ, ਸਾਰੇ ਉਹਦੇ ਪੈਦਾ ਕੀਤੇ ਹੋਏ ਨੇ। ਫਿਰ ਕਹਿਣ ਲੱਗਾ ਤੁਹਾਡਾ ਧਰਮ। ਮਹਾਰਾਜ ਕਹਿੰਦੇ ਧਰਮ ਉਹਦਾ ਹੁੰਦਾ ਜਿਹੜਾ ਪਰਮਾਤਮਾ ਦੀ ਬੰਦਗੀ ਕਰੇ ਤੇ ਮਨੁੱਖਤਾ ਦੇ ਨਾਲ ਪਿਆਰ ਕਰੇ। ਧਰਮ ਸਾਨੂੰ ਨਫ਼ਰਤ ਵਿੱਚ ਨਹੀਂ ਲਿਜਾਂਦਾ, ਧਰਮ ਵਿਤਕਰੇ ਨਹੀਂ ਖੜੇ ਕਰਦਾ। ਧਰਮ ਹੀ ਉਹ ਹੈ
ਜਿਹੜਾ ਸਾਰਿਆਂ ਨਾਲ ਪਿਆਰ ਕਰਦਾ ਹੈ। ਫਿਰ ਕਹਿਣ ਲੱਗਾ ਜੇ ਸਾਰਿਆਂ ਦੇ ਵਿੱਚ ਰੱਬ ਵੱਸਦਾ ਤੇ ਫਿਰ ਮਸੀਤ ਵਿੱਚ ਚੱਲ ਕੇ ਨਮਾਜ਼ ਪੜ੍ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਗਏ ਜੀ ਸੁਲਤਾਨਪੁਰ ਲੋਧੀ ਮਸੀਤ ਦੇ ਨਾਲ ਸਥਾਨ ਹੈ ਸਤਿਗੁਰਾਂ ਦਾ। ਉੱਥੇ ਗਏ, ਰੋਲਾ ਇਹ ਪਿਆ, ਕਹਿਣ ਲੱਗੇ ਨਾਨਕ ਜੀ ਅੱਜ ਇਸਲਾਮ ਧਾਰਨ ਕਰਨ ਲੱਗੇ, ਕਿਉਂ ਕਲਮਾ ਪੜ੍ਹਨਗੇ ਤੇ ਇਸਲਾਮ ਧਾਰਨ ਕਰ ਲੈਣਗੇ। ਬਹੁਤ ਵੱਡਾ ਇਕੱਠ ਹੋਇਆ, ਪਰ ਉੱਥੇ ਵੀ ਸਤਿਗੁਰਾਂ ਨੇ ਅੰਦਰ ਜਾ ਕੇ ਨਵਾਬ ਦੌਲਤ ਖਾਂ ਅਤੇ ਕਾਜੀ ਦਾ ਅੰਦਰ ਜਿੱਥੇ ਭਟਕ ਰਿਹਾ ਸੀ ਕਾਜੀ ਨੂੰ ਦੱਸ ਦਿੱਤਾ ਕਿ ਤੇਰਾ ਅੰਦਰ ਕਿੱਥੇ ਖਲੋਤਾ ਹੈ। ਤੇ ਉਸ ਵੇਲੇ ਨਵਾਬ ਦੌਲਤ ਖਾਂ ਨੂੰ ਦੱਸ ਦਿੱਤਾ ਕਿ ਕਾਬਲ ਵਿੱਚ ਤੂੰ ਘੋੜੇ ਖਰੀਦ ਰਿਹਾ ਹੈ। ਤੇ ਕਾਜੀ ਨੂੰ ਮਹਾਰਾਜ ਨੇ ਕਿਹਾ ਘਰ ਵਿੱਚ ਵਛੇਰੀ ਸੂਣ ਵਾਲੀ ਕਿਤੇ ਟੋਏ ਵਿੱਚ, ਘੋੜੀ ਸੂਣ ਵਾਲੀ ਵਛੇਰੀ ਟੋਏ ਵਿੱਚ ਨਾ ਡਿੱਗ ਪਵੇ। ਉਹਨਾਂ ਨੇ ਮਹਾਰਾਜ ਦੇ ਚਰਨਾਂ ਉੱਤੇ ਸਿਰ ਰੱਖਿਆ, ਆਪਣੀ ਭੁੱਲ ਦੀ ਮੁਆਫੀ ਮੰਗੀ। ਤੇ ਫਿਰ ਸਤਿਗੁਰਾਂ ਨੇ ਮੁਸਲਮਾਨ ਦੇ ਗੁਣ ਦੱਸੇ ਸਨ ਕਿ ਮੁਸਲਮਾਨ ਕੌਣ ਹੈ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਫਿਰ ਉਪਰੋਕਤ ਮਹਾਰਾਜ ਗੁਣ ਦੱਸਦੇ ਨੇ ਕਿ ਮੁਸਲਮਾਨ ਕੱਲਾ ਇਹ ਨਹੀਂ ਕਿ ਨਮਾਜ਼ ਪੜ੍ਹ ਲਈ ਤੇ ਮੁਸਲਮਾਨ ਬਣ ਗਿਆ। ਮੁਸਲਮਾਨ ਦੇ ਅੰਤਰੀਵ ਗੁਣ ਹੁੰਦੇ ਨੇ, ਜਿੰਨਾ ਚਿਰ ਉਹ ਧਾਰਨ ਨਹੀਂ ਕਰਦੇ ਉਹਨਾਂ ਚਿਰ ਬਾਹਰਮੁਖੀ ਭੇਖ ਦਿਖਾ ਕੇ ਲੋਕਾਂ ਨੂੰ ਵਸ ਕਰ ਰਹੇ ਹੋ, ਲੋਕਾਂ ਨੂੰ ਭਰਮਾ ਰਹੇ ਹੋ, ਪਰ ਪਰਮੇਸ਼ਰ ਨੇ ਤੁਹਾਡੇ ਅੰਦਰਲੇ ਗੁਣਾਂ ਨੂੰ ਦੇਖ ਕਰਕੇ ਤੁਹਾਡੇ ਤੇ ਪ੍ਰਸੰਨ ਹੋਣਾ। ਇਹੋ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣ ਦੇ ਪਰਥਾਏ ਦਿੱਤਾ। ਉਪਦੇਸ਼ ਸਤਿਗੁਰਾਂ ਦਾ ਸਾਰਿਆਂ ਲਈ ਸਾਂਝਾ ਹੈ। ਆਰਾਮ ਕਲੀ ਰਾਗ ਦੇ ਵਿੱਚ ਸਤਿਗੁਰੂ ਉਪਦੇਸ਼ ਦੇਣਗੇ ਕਿ ਭਾਈ ਬ੍ਰਾਹਮਣ ਕੌਣ ਹੈ। ਬਾਹਰਮੁਖੀ ਟਿੱਕੇ ਲਾਏ, ਸਾਲਗ੍ਰਾਮ ਰੱਖ ਕੇ ਬੈਠਾ ਹੈ, ਪੂਜਾ ਕਰ ਰਿਹਾ, ਤੂੰ ਕਹਿੰਦਾ ਮੈਂ ਬ੍ਰਾਹਮਣ, ਪਰ ਸਾਡੇ ਮਤ ਵਿੱਚ ਬ੍ਰਾਹਮਣ ਕੌਣ ਹੈ। ਇਹ ਉਪਦੇਸ਼ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰਨਗੇ। ਫਿਰ ਮਹਾਰਾਜ ਤੋਂ ਚਰਨ ਪਉ ਲੈ ਕੇ ਸਿੱਖੀ ਧਾਰਨ ਕਰੇਗਾ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਸਮਾਂ ਸਮਾਪਤੀ 'ਤੇ ਪਹੁੰਚ ਚੁੱਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਸਤਿਗੁਰੂ ਕਿਰਪਾ ਕਰਨ ਜੋ ਸਤਿਗੁਰਾਂ ਦਾ ਦਿੱਤਾ ਉਪਦੇਸ਼ ਸਰਵਣ ਕਰਦੇ ਹਾਂ, ਗੁਰਦੇਵ ਦੀਆਂ ਦਿੱਤੀਆਂ ਸਿੱਖਿਆਵਾਂ ਉਹਨਾਂ ਦੇ ਬਚਨਾਂ ਨੂੰ ਅਸੀਂ ਕਮਾਈ ਕਰ ਸਕੀਏ, ਜੀਵਨ ਵਿੱਚ ਕਮਾ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਆਓ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰੀਏ। ਫਤਿਹ ਬੁਲਾਈਏ ਜੀ। ਬੜੇ ਆਸਨ ਤਰੇ ਡਸਾਇਓ, ਜੁਤ ਸੰਗ ਸਮਾਜ ਟਿਕਾਇਓ। ਗੁਰ ਬੋਲੇ ਪਿਖ ਤਿਸ ਔਰੀ, ਕਹੋ ਬਿਪਰ ਕਹਾ ਮਤ ਤੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ ਹੈ।